स्वागत है पीटीसी न्यूज़ ਦੇ ਸਾਰੇ ਦਰਸ਼ਕਾਂ ਦਾ। मैं हरप्रीत सिंह। सब तो पहला मुल्क वासियों ਨੂੰ आज़ादी ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। हर साल वांग इस साल भी पूरे मुल्क ਦੇ ਵਿੱਚ आज़ादी ਦਿਹਾੜੇ ਤੇ जश्न चल रहे हैं। हालांकि कोविड-19 कोरोना वर्गी महामारी कारण इन्हां जश्नां ਦੀ रूपरेखा थोड़ी जी बदल गई है, पर मुल्क के प्रति प्यार, सत्कार, मुहब्बत, इज्जत उस तरह बरकरार है। ਇਹ ਦੁਨੀਆ ਦਾ ਵੈਸੇ ਤਾਂ ਦਸਤੂਰ ਰਿਹਾ ਕਿ ਜਿਸ ਖਿੱਤੇ ਨੇ ਵੀ ਕਿਸੇ ਵੀ ਲਹਿਰ ਜਾਂ ਸੰਗਰਾਮ ਦੇ ਵਿੱਚ ਕੋਈ ਵੱਡੀ ਹਿੱਸੇਦਾਰੀ ਪਾਈ ਹੋਵੇ, ਸ਼ਹਾਦਤਾਂ ਦਿੱਤੀਆਂ ਹੋਣ, ਤਾਂ ਉਸ ਇਲਾਕੇ ਦਾ ਇਸ ਸੰਘਰਸ਼ ਦੌਰਾਨ ਕੋਈ ਵੱਡਾ ਨੁਕਸਾਨ ਹੋਇਆ ਹੋਵੇ ਤਾਂ ਸਹੀ ਸਮੇਂ ਤੇ ਆ ਕੇ ਉਸ ਦੀ ਭਰਪਾਈ ਜ਼ਰੂਰ ਹੁੰਦੀ ਹੈ। ਪਰ ਬਦਕਿਸਮਤੀ ਦੇ ਨਾਲ ਪੰਜਾਬ ਨਾਲ ਅਜਿਹਾ ਨਹੀਂ ਹੋ ਪਾਇਆ। ਆਜ਼ਾਦੀ ਸੰਗਰਾਮ ਦੇ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲੇ ਸੂਬੇ ਪੰਜਾਬ ਨੇ। ਇਹ ਕਦੇ ਸੋਚਿਆ ਨਹੀਂ ਸੀ ਕਿ ਆਜ਼ਾਦੀ ਦਾ ਮੁੱਲ ਬਟਵਾਰੇ ਦੇ ਰੂਪ 'ਚ ਚੁਕਾਉਣਾ ਪਵੇਗਾ, ਕਿਉਂਕਿ ਬਟਵਾਰੇ ਦਾ ਸਭ ਤੋਂ ਵੱਡਾ ਸੇਕ ਜੇ ਗੱਲ ਕੀਤੀ ਜਾਵੇ ਤਾਂ ਸੂਬੇ ਪੰਜਾਬ ਨੂੰ ਹੀ ਲੱਗਿਆ। ਜਿਵੇਂ ਤਿਵੇਂ ਕਰਕੇ ਪੰਜਾਬ ਸੰਭਲਿਆ ਤੇ ਮਹਿਸੂਸ ਕੀਤਾ ਗਿਆ ਕਿ ਹੁਣ ਆਜ਼ਾਦੀ ਦਾ ਨਿੱਘ ਬਣਨ ਦਾ ਸਮਾਂ ਆ ਗਿਆ, ਪਰ ਅਫਸੋਸ ਆਜ਼ਾਦੀ ਦਾ ਉਹ ਨਿੱਘ ਵੀ ਅਧੂਰਾ ਹੀ ਰਿਹਾ। ਸੋ ਅੱਜ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਖਾਸ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਅਸੀਂ ਇਹ ਚਰਚਾ ਕਰਾਂਗੇ ਕਿ ਆਜ਼ਾਦੀ ਸੰਗਰਾਮ ਦੇ ਵਿੱਚ ਪੰਜਾਬ ਤੋਂ ਉੱਠੀਆਂ ਲਹਿਰਾਂ ਦੀ ਗੱਲ ਕਰਾਂਗੇ, ਪੰਜਾਬ ਦੇ ਯੋਗਦਾਨ ਦੀ ਗੱਲ ਕਰਾਂਗੇ, ਪਰ ਨਾਲ ਹੀ ਇਹ ਗੱਲ ਕਰਨੀ ਵੀ ਬੜੀ ਜ਼ਰੂਰੀ ਹੋਵੇਗੀ ਕਿ ਪੰਜਾਬ ਨਾਲ ਜੋ ਬੇਇਨਸਾਫੀ ਹੋਈ ਹੈ ਉਹ ਹਲੇ ਤੱਕ ਜਾਰੀ ਕਿਉਂ ਹੈ। ਸਾਡੇ ਨਾਲ ਇੱਕ ਚੰਗਾ ਖਾਸਾ ਪੈਨਲ ਹੈਗਾ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ ਪੈਨਲ ਨਾਲ। ਰਵਿੰਦਰ ਨਾਰਾਇਣ ਜੀ ਸਾਡੇ ਨਾਲ ਮੌਜੂਦ ਨੇ, MD ਤੇ ਪ੍ਰੈਜ਼ੀਡੈਂਟ ਨੇ PTC ਨੈਟਵਰਕ ਦੇ। ਸਰਦਾਰ ਵਰਿੰਦਰ ਸਿੰਘ ਵਾਲੀਆ ਸਾਹਿਬ ਮੌਜੂਦ ਨੇ, ਸੰਪਾਦਕ ਨੇ ਪੰਜਾਬੀ ਜਾਗਰਣ ਦੇ। ਡਾਕਟਰ ਜਸਪਾਲ ਸਿੰਘ ਜੀ ਸਾਬਕਾ ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਦੇ, ਤੇ SS ਚੰਨੀ ਸਾਹਿਬ ਸਾਬਕਾ ਗ੍ਰਹਿ ਸਕੱਤਰ ਨੇ ਪੰਜਾਬ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਸ਼ੁਰੂਆਤ ਮੈਂ ਰਵਿੰਦਰ ਨਾਰਾਇਣ ਜੀ ਤੁਹਾਡੇ ਤੋਂ ਕਰਾਂਗਾ। ਮੇਰਾ ਬੜਾ ਸਟੀਕ ਜਿਹਾ ਇੱਕ ਸਵਾਲ ਹੈ ਕਿ ਰਵਿੰਦਰ ਨਾਰਾਇਣ ਮੰਨਦੇ ਨੇ ਕਿ ਮੁਲਕ ਦਾ ਬਟਵਾਰਾ ਹੋਇਆ ਸੀ ਜਾਂ ਪੰਜਾਬ ਦਾ ਬਟਵਾਰਾ ਹੋਇਆ ਸੀ? नहीं मैं तो बार बार हर फोरम ते गल कहंदा, ਇਹ ਤਾਂ ਬਰਗਲਾਣ ਵਾਲੀ ਗੱਲ ਹੈ, ਝੂਠ ਬੋਲਣ ਵਾਲੀ ਗੱਲ ਹੈ ਕਿ ਹਿੰਦੁਸਤਾਨ ਦਾ ਬਟਵਾਰਾ ਹੋਇਆ। ਹਿੰਦੁਸਤਾਨ ਦਾ ਬਟਵਾਰਾ ਕੋਈ ਨਹੀਂ ਹੋਇਆ ਸੀ, ਬਟਵਾਰਾ ਪੰਜਾਬ ਦਾ ਹੋਇਆ। ਇੱਧਰ ਵੀ ਪੰਜਾਬੀ ਮਰੇ, ਉੱਧਰ ਵੀ ਪੰਜਾਬੀ ਮਰੇ, ਤੇ ਉਹ ਅੱਜ ਤੱਕ ਇਹੀ ਚੱਲ ਰਿਹਾ। ਲੜਾਈ ਹੁੰਦੀ ਹੈ ਮੁਲਕਾਂ ਦੀ, ਮਰਦੇ ਪੰਜਾਬੀ ਹੈ, ਉਹ ਵੀ ਪੰਜਾਬੀ ਹੈ, ਇੱਧਰ ਵੀ ਪੰਜਾਬੀ ਹੈ। ਦਿਲਾਂ 'ਚ ਵੀ ਆਪਾਂ ਜਿਹੜੀ ਜ਼ਮੀਨ ਤੇ ਲਕੀਰਾਂ ਬਣਾਈ ਸੀ ਉਹ ਆਪਣੀ ਦਿਲਾਂ ਤੇ ਪਾ ਲਈਆਂ। ਤੇ ਆਜ਼ਾਦੀ ਕੋਈ ਖਾਸ ਮੈਂ ਤੇ ਨਹੀਂ ਮੰਨਦਾ। ਆਜ਼ਾਦੀ ਅੰਗਰੇਜ਼ਾਂ ਤੋਂ ਮਿਲ ਗਈ, ਠੀਕ ਹੈ, ਪਰ ਕੀ ਸਾਨੂੰ ਆਜ਼ਾਦੀ ਜਿਹੜਾ ਭਗਤ ਸਿੰਘ ਨੇ ਕਿਹਾ ਸੀ ਗਰੀਬੀ ਤੋਂ ਜਾਂ ਸ਼ੋਸ਼ਣ ਤੋਂ ਆਜ਼ਾਦੀ ਮਿਲਣਾ, ਉਹ ਮਿਲੀ? ਉਹ ਤਾਂ ਨਹੀਂ ਮਿਲੀ। ਬਿਲਕੁਲ। ਇੱਕ ਗੱਲ ਹੁੰਦੀ ਹੈ ਰਵਿੰਦਰ ਨਾਰਾਇਣ ਜੀ ਕਿ ਚਲੋ ਜਿੰਨਾ ਸਾਡਾ ਯੋਗਦਾਨ ਬਣਦਾ ਸੀਗਾ, ਅਸੀਂ ਸਾਡਾ ਕਿਸੇ ਤੇ ਅਹਿਸਾਨ ਨਹੀਂ ਹੈ, ਸਾਡਾ ਇਹ ਫਰਜ਼ ਅਸੀਂ ਸਮਝਿਆ, ਸਾਡੇ ਮੁਲਕ ਵਾਸੀਆਂ ਦੇ ਲਈ ਅਸੀਂ ਆਪਣਾ ਫਰਜ਼ ਸਮਝਿਆ, ਅਸੀਂ ਯੋਗਦਾਨ ਪਾਇਆ, ਅਸੀਂ ਸੰਘਰਸ਼ ਕੀਤਾ, ਅਸੀਂ ਸ਼ਹਾਦਤਾਂ ਦਿੱਤੀਆਂ, ਅਸੀਂ ਵੰਡ ਦਾ ਸੇਕ ਵੀ ਚੱਲਿਆ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਜਦੋਂ ਵਾਪਸੀ ਦੀ ਗੱਲ ਆਈ, ਜਦੋਂ ਰਿਵਰਸ ਦੀ ਗੱਲ ਆਈ, ਕਿ ਸਾਨੂੰ ਦੇਣ ਦੀ ਗੱਲ ਆਈ, ਉਦੋਂ ਸਾਡੇ ਨਾਲ ਨਾਇਨਸਾਫੀ ਜ਼ਿਆਦਾ ਵੱਡੀ ਹੋਈ? ਉਹ ਰੀਜ਼ਨ ਹੈ ਜੀ, ਉਹਦਾ ਰੀਜ਼ਨ ਹੈ। ਤੁਸੀਂ ਦੇਖੋ, ਸਭ ਤੋਂ ਵੱਧ ਸ਼ਹਾਦਤਾਂ, ਸਭ ਤੋਂ ਵੱਧ ਕੁਰਬਾਨੀਆਂ, ਸਭ ਤੋਂ ਵੱਧ ਲੜਾਈਆਂ ਪੰਜਾਬੀਆਂ ਨੇ ਲੜੀ। ਆਜ਼ਾਦੀ ਜੇ ਪੰਜਾਬੀ ਨਾ ਹੁੰਦੇ ਤੇ ਆਪਾਂ ਕਿਹੜੀ ਆਜ਼ਾਦੀ ਦੀ ਗੱਲ ਕਰਦੇ? ਕੌਣ ਲੜਾਈ ਲੜ ਰਿਹਾ ਸੀ ਆਪਣੀ? ਲੜਾਈ ਤੇ ਪੰਜਾਬੀਆਂ ਨੇ ਲੜੀ, ਕੁਰਬਾਨੀ ਵੀ ਦਿੱਤੀ। ਗਾਂਧੀ ਦਾ ਸਾਥ ਦੇਣਾ ਹੋਵੇ ਤਾਂ ਉਸ ਵੇਲੇ ਗਾਂਧੀ ਦਾ ਵੀ ਸਾਥ ਦਿੱਤਾ। ਜਦੋਂ ਗਾਂਧੀ ਤੋਂ ਖਿਲਾਫ ਹੋ ਕੇ ਬੱਬਰ ਅਕਾਲੀਆਂ ਨੇ ਮੁਹਿੰਮ ਚਲਾਈ, ਭਗਤ ਸਿੰਘ ਵਰਗਿਆਂ ਨੇ ਮੁਹਿੰਮ ਚਲਾਈ, ਤਾਂ ਵੀ ਪੰਜਾਬੀਆਂ ਨੇ ਚਲਾਈ। ਤੇ ਮੈਨੂੰ ਤਾਂ ਲੱਗਦਾ ਇਹ ਹੈ ਜਿਹੜੀ ਸੈਂਟਰਲ ਇੰਡੀਆ ਦੀ ਲੀਡਰਸ਼ਿਪ ਸੀ, ਪੋਲੀਟੀਸ਼ੀਅਨਸ ਜਿਹੜੇ ਉਸ ਵੇਲੇ ਦੇ ਸੀ, ਉਹਨਾਂ ਨੂੰ ਡਰ ਲੱਗਿਆ ਕਿ ਜੇ ਆਜ਼ਾਦ ਹੋ ਗਿਆ ਮੁਲਕ ਏਦਾਂ ਹੀ ਤੇ ਪੰਜਾਬੀਆਂ ਦਾ ਰਾਜ ਆ ਜਾਣਾ, ਕਿ ਕੁਰਬਾਨੀ ਇਹ ਦੇ ਰਹੇ ਹੈ, ਸਭ ਤੋਂ ਮੋਹਰੀ ਇਹ ਹੈ, ਸਾਰੀ ਮੁਹਿੰਮ ਲੀਡ ਇਹ ਕਰ ਰਹੇ ਹੈ, ਤੇ ਰਾਜ ਇਹਨਾਂ ਦਾ ਆ ਜਾਣਾ। ਜੇ ਇਹਨਾਂ ਦਾ ਰਾਜ ਆ ਗਿਆ ਤੇ ਪੰਜਾਬ ਦਾ ਜਿਹੜਾ ਫਲਸਫਾ ਹੈ ਉਹਦਾ ਰਾਜ ਆ ਜਾਊਗਾ। ਉਹ ਫਲਸਫਾ ਹੈ ਸਰਬੱਤ ਦੇ ਭਲੇ ਦਾ। ਜੇ ਸਰਬੱਤ ਦਾ ਭਲਾ ਹੋ ਗਿਆ ਤੇ ਆਪਾਂ ਕਿਹਦਾ ਭਲਾ ਕਰਾਂਗੇ? ਲੀਡਰੀ ਕਾਹਦੀ ਕਰਾਂਗੇ? ਕਿਹਦੇ ਉੱਤੇ ਆਪਾਂ ਰਾਜ ਕਰਾਂਗੇ? ਤੇ ਰਾਜ ਨਹੀਂ, ਸੇਵਾ ਵਾਲਾ ਕਨਸੈਪਟ ਤਾਂ ਸੀਗਾ ਨਹੀਂ ਨਾ, ਉਹ ਤੇ ਸਿੱਖੀ ਦੇ ਵਿੱਚ ਰਹਿ ਗਿਆ ਜੀ, ਮੁਲਕ ਦੇ ਵਿੱਚ ਨਹੀਂ ਰਿਹਾ ਉਹ। ਭਗਤ ਸਿੰਘ ਦੇ ਪਾਰਟੀ ਤੋਂ ਆਪਾਂ ਸੋਸ਼ਲਿਸਟ ਰਿਪਬਲਿਕ ਨਾਂ ਤੇ ਲੈ ਲਿਆ ਸੋਸ਼ਲਿਸਟ, ਪਰ ਸੋਸ਼ਲਿਸਟ ਹੋਈ ਨਹੀਂ, ਵੈਲਫੇਅਰ ਹੋਈ ਨਹੀਂ, ਸਟੇਟ ਸੋਚ ਨਹੀਂ ਬਣੀ ਸਾਡੀ ਉਹਦੀ। ਬਿਲਕੁਲ ਠੀਕ ਹੈ। ਮੈਂ ਇੱਕ ਮਿੰਟ ਵਾਪਸ ਆਉਣਾ ਤੁਹਾਡੇ ਕੋਲ। ਵਰਿੰਦਰ ਵਾਲੀਆ ਸਾਹਿਬ ਵੀ ਜੁੜੇ ਹੋਏ ਨੇ। ਵਾਲੀਆ ਸਾਹਿਬ, ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਚਲੋ ਵੰਡ ਹੋਈ, ਅਸੀਂ ਕਹਿੰਦੇ ਹਾਂ ਕਿ ਮੁਲਕ ਦੀ ਵੰਡ ਹੋਈ, ਪਰ ਬਹੁਤ ਸਾਰੇ ਲੋਕ, ਰਵਿੰਦਰ ਨਾਰਾਇਣ ਵਰਗੇ ਬੜੇ ਸਾਰੇ ਲੋਕ ਮੰਨਦੇ ਨੇ ਕਿ ਇਹ ਵੰਡ ਜਿਹੜੀ ਹੋਈ ਆ ਅਸਲ ਦੇ ਵਿੱਚ ਪੰਜਾਬ ਦੀ ਹੋਈ ਹੈ। ਮੈਂ ਇਹ ਸਮਝਣਾ ਚਾਹੁੰਦਾ ਕਿ ਚਲੋ ਇੱਕ ਵੰਡ ਤਾਂ ਹੋ ਗਈ 1947 'ਚ, ਉਸ ਤੋਂ ਬਾਅਦ ਵੀ ਵੰਡ ਦਾ ਸੇਕ ਅਸੀਂ ਚੱਲਦੇ ਰਹੇ, ਉਸ ਤੋਂ ਬਾਅਦ ਵੀ ਪੰਜਾਬ ਦੀਆਂ ਵੰਡਾਂ ਜਾਰੀ ਰਹੀਆਂ, ਰੀਆਰਗਨਾਈਜੇਸ਼ਨ ਪੰਜਾਬ ਹੋਇਆ, ਉਸ ਤੋਂ ਬਾਅਦ ਵੀ ਸਾਡੇ ਤੋਂ ਬਹੁਤ ਕੁਝ ਖੋਲਿਆ ਗਿਆ। ਇੱਥੇ ਚਲੋ ਪਹਿਲੀ ਵੰਡ ਸੀਗੀ, ਉਹਦੇ ਵਿੱਚ ਅਸੀਂ ਦਰਦ ਝੇਲਿਆ, ਸੇਕ ਝੇਲਿਆ, ਪਰ ਜਿਹੜੀ ਦੂਜੀ ਵੰਡ ਆਜ਼ਾਦ ਮੁਲਕ ਦੇ ਵਿੱਚ ਜਿਹੜੀ ਵੰਡ ਹੋਈ ਹੈ ਉਹਦਾ ਸੇਕ ਜ਼ਿਆਦਾ ਵੱਡਾ ਨਹੀਂ ਸੀ? ਦੇਖੋ, ਪੰਜਾਬ ਦੀ ਵੰਡ ਹੋਈ ਆ ਜਾਂ ਬੰਗਾਲ ਦੀ ਵੰਡ ਹੋਈ ਆ ਜੀ,
ਔਰ ਸਭ ਤੋਂ ਵੱਡੀ ਪੰਜਾਬ ਦੀ ਵੰਡ ਇਸ ਕਰਕੇ ਆ ਕਿਉਂਕਿ ਬਹੁਤ ਵੱਡਾ ਸੰਤਾਪ ਜਿਹੜਾ ਪੰਜਾਬੀਆਂ ਨੂੰ ਭੋਗਣਾ ਪਿਆ। ਅੱਜ ਜੇ ਤੁਸੀਂ ਵਾਘੇ ਦੇ ਉੱਤੇ ਜਾਓਗੇ, ਜੁਆਇੰਟ ਚੈੱਕ ਪੋਸਟ ਦੇ ਉੱਤੇ ਆ ਵੀ ਇੱਕ ਬੰਨੇ ਅਮਰਤਾ ਪ੍ਰੀਤਮ ਦੀ ਜਿਹੜੀ ਆ ਕਵਿਤਾ ਲਿਖੀ ਹੋਈ ਆ, ਅੱਜ ਆਖਾਂ ਬਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਜੀ, ਤੇ ਇਹੋ ਜਿਹਾ ਜਿਹੜਾ ਦਰਦ ਹੈਗਾ ਵਾ ਉਹ ਪੰਜਾਬੀਆਂ ਨੇ ਸਹਿਆ ਹੈਗਾ, ਅੱਜ ਤੱਕ ਵੀ ਉਹ ਸਹਿ ਰਹੇ ਨੇ। ਉੱਥੋਂ ਉੱਜੜ ਕੇ ਆਏ ਨੇ ਲੋਕ। ਫਿਰ ਮੈਨੂੰ ਪਾਤਰ ਵਾਲੀ ਵੀ ਨਜ਼ਮ ਯਾਦ ਆਉਂਦੀ ਆ ਕਿ 2.5 ਨਦੀਆਂ ਦਾ ਪੰਜਾਬ ਹੋਵੇਗਾ, ਕਿਸੇ ਨੇਤਾ ਲਈ ਪੰਜਾਬ ਮੈਂ ਕੋਈ ਨੇਤਾ ਨਹੀਂ। ਦੇਖੋ ਇਹ ਜਿਹੜਾ ਪੰਜਾਬੀਆਂ ਨੇ ਦੋਨੋਂ ਬੰਨੇ ਜਿਹੜਾ ਵਾ ਸੇਕ ਉਹਨਾਂ ਨੇ ਸਿਆ ਹੈਗਾ। ਜੇ ਤੁਸੀਂ ਵੰਡ ਦੀ ਗੱਲ ਕਰੋਗੇ ਤੇ ਉਹ ਸਿਰਫ ਤੇ ਸਿਰਫ ਉਹਦਾ ਬਿਆਨ ਜਿਹੜਾ ਪੰਜਾਬੀ ਹੀ ਕਰ ਸਕਦੇ ਆ। ਇਹ ਜਿਹੜੀ ਪੰਜਾਬੀਆਂ ਵਾਲੀ ਤੁਸੀਂ ਗੱਲ ਕੀਤੀ ਆ ਕਿ ਇੱਧਰ ਹੋਵੇ ਚਾਹੇ ਲਹਿੰਦਾ ਪੰਜਾਬ ਹੋਵੇ ਚਾਹੇ ਚੜ੍ਹਦਾ ਪੰਜਾਬ ਹੋਵੇ, ਉਧਰ ਜਿਹੜਾ ਲਹਿੰਦਾ ਪੰਜਾਬ ਹੈਗਾ ਉਹਦੇ ਵਿੱਚ ਵੀ ਇਦਾਂ ਹੀ ਹੈਗਾ ਕਿਉਂਕਿ ਉੱਥੇ ਪੰਜਾਬੀ ਡੋਮੀਨੇਟ ਕਰ ਰਹੇ ਸੀਗੇ, ਅੱਜ ਵੀ ਕਰਦੇ ਨੇ, ਭਾਵੇਂ ਫੌਜ ਹੋਵੇ ਚਾਹੇ ਸਰਕਾਰ ਹੋਵੇ, ਤੇ ਉੱਥੇ ਵੀ ਫਿਰ ਉਹਨਾਂ ਦੇ ਨਾਲ ਉਸੇ ਤਰੀਕੇ ਨਾਲ ਗੱਲਬਾਤ ਚੱਲਦੀ ਹੈਗੀ ਆ। ਤੇ ਇਹ ਜਿਹੜਾ ਹੈਗਾ ਜਿਹੜਾ ਸੰਤਾਪ ਹੈਗਾ ਇਹਦੇ ਵਿੱਚ ਮੈਂ ਜਿਹੜਾ ਮਹਿਸੂਸ ਕਰਦਾ ਕਿ ਜਿਹੜੀ ਉਸ ਸਮੇਂ ਦੀ ਜਿਹੜੀ ਸਿੱਖ ਸਿਆਸਤ ਸੀਗੀ ਜਾਂ ਸਿੱਖ ਸਿਆਸਤਦਾਨ ਸੀਗੇ, ਕੁਝ ਗੱਲਾਂ ਜਿਹੜੀਆਂ ਉਹਨਾਂ ਤੇ ਵੀ ਡਿਪੈਂਡ ਕਰਦੀਆਂ ਸੀ ਕਿ ਉਹਨਾਂ ਨੇ ਕਿਹੋ ਜਿਹੇ ਜਿਹੜੇ ਨੇ ਫੈਸਲੇ ਲਏ ਨੇ। ਜੀ ਜੀ ਪਰ ਮੈਂ ਇੱਕ ਸਵਾਲ ਵਾਲੀਆ ਸਾਹਿਬ ਜਿਹੜਾ ਮੈਂ ਦੁਬਾਰਾ ਪੁੱਛਿਆ ਕਿ ਜਦੋਂ ਵੰਡ ਹੋ ਗਈ, ਵੰਡ ਤੋਂ ਬਾਅਦ ਅਸੀਂ ਇਹ ਮੰਨਿਆ ਕਿ ਚਲੋ ਹੁਣ ਵੰਡ ਹੋ ਗਈ, ਅਸੀਂ ਸੰਤਾਪ ਝੇਲ ਲਿਆ, ਸਾਡੀ ਵੰਡ ਹੋਈ ਹੈ, ਫਿਰ ਵੀ ਅਸੀਂ ਥੋੜਾ ਜਿਹਾ ਸੰਭਲਣ ਲੱਗ ਗਏ। ਪਰ ਉਸ ਤੋਂ ਬਾਅਦ ਜਦੋਂ ਰੀਆਰਗੇਨਾਈਜੇਸ਼ਨ ਹੋਇਆ, ਪੰਜਾਬ ਤੋਂ ਬਹੁਤਾ ਹਿੱਸਾ ਜਿਹੜਾ ਵੱਖਰਾ ਕਰ ਦਿੱਤਾ ਗਿਆ, ਆਜ਼ਾਦ ਮੁਲਕ ਦੇ ਵਿੱਚ ਹੀ ਇਹ ਸਭ ਕੁਝ ਹੋਇਆ, ਉਹਦਾ ਜਿਹੜਾ ਸੇਕ ਹੈ ਉਹ ਹਲੇ ਤੱਕ ਅਸੀਂ ਸਹਿ ਰਹੇ ਹਾਂ। ਸਾਡੇ ਕੋਲ ਆਪਣੀ ਰਾਜਧਾਨੀ ਨਹੀਂ ਹੈ, ਸਾਡੇ ਕੋਲ ਪਾਣੀ ਨਹੀਂ ਹੈ, ਸਾਡੇ ਕੋਲ ਪੰਜਾਬੀ ਬੋਲਦੇ ਇਲਾਕੇ ਨਹੀਂ ਹੈ। ਉਹ ਜਿਹੜੀ ਨਾਇਨਸਾਫੀ ਹੈ ਉਹਦਾ ਸੇਕ, ਉਹਦਾ ਦਰਦ ਜ਼ਿਆਦਾ ਵੱਡਾ ਨਹੀਂ? ਤੁਸੀਂ ਦਰੁਸਤ ਫਰਮਾਇਆ ਹੈਗਾ ਕਿਉਂਕਿ ਇੱਕ ਜਿਹੜੀ ਭਾਸ਼ਾ ਹੈਗੀ ਆ, ਭਾਸ਼ਾ ਜਿਹੜੀ ਆ ਉਹ ਜੋੜਨ ਵਾਸਤੇ ਹੁੰਦੀ ਆ। ਜਿਵੇਂ ਤੁਸੀਂ ਕਿਹਾ ਵੀ ਜਿਵੇਂ ਬੰਗਲਾਦੇਸ਼ ਆ ਉਹ ਭਾਸ਼ਾ ਦੇ ਆਧਾਰ ਦੇ ਉੱਤੇ ਬਣਿਆ। ਜਦੋਂ ਉਦੋਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਉਰਦੂ ਜਿਹੜੀ ਆ ਉਹ ਜਿਹੜੀ ਆ ਨੈਸ਼ਨਲ ਭਾਸ਼ਾ ਜਿਹੜੀ ਹੋਏਗੀ, ਉਸ ਤੋਂ ਬਾਅਦ ਜਿਹੜਾ ਇਹੋ ਜਿਹਾ ਜਨ ਕਿ ਲਹਿਰ ਚੱਲੀ ਉੱਥੇ, ਜਿਹੜੀ 21 ਫਰਵਰੀ ਆ ਜਿਹੜੀ ਕੌਮਾਂਤਰੀ ਮਾਂ ਬੋਲੀ ਦਿਵਸ ਆ ਉਹਦੇ ਉੱਤੇ ਮਨਾਇਆ ਜਾਂਦਾ, ਉਸੇ ਕਰਕੇ ਮਨਾਇਆ ਜਾਂਦਾ ਕਿਉਂਕਿ ਢਾਕਾ ਯੂਨੀਵਰਸਿਟੀ 'ਚ ਇੰਨੇ ਜਿਹੜੇ ਸਟੂਡੈਂਟ ਸੀਗੇ ਉਹ ਸ਼ਹੀਦ ਹੋ ਗਏ ਸੀਗੇ ਭਾਸ਼ਾ ਦੇ ਕਰਕੇ। ਲੇਕਿਨ ਸਾਡੀ ਜਿਹੜੀ ਭਾਸ਼ਾ ਉਹਨੇ ਸਾਨੂੰ ਲਗਾਤਾਰ ਵੰਡਿਆ ਹੈਗਾ, ਲਗਾਤਾਰ ਵੰਡਦੇ ਰਹੀ ਆ ਸਾਨੂੰ। ਉਹਨੇ ਭਾਸ਼ਾ ਨੇ ਜਦੋਂ ਵੰਡੀਆਂ ਪਾ ਦਿੱਤੀਆਂ, ਅੱਜ ਵੀ ਉਹ ਜਿਹੜੀਆਂ ਵੰਡੀਆਂ ਹੈਗੀਆਂ ਉਹ ਬਰਕਰਾਰ ਨੇ। ਉਹਦੇ ਵਿੱਚੋਂ ਹੈਗਾ ਕਿ ਜਦੋਂ 1966 ਦੇ ਵਿੱਚ ਜਿਵੇਂ ਪੰਜਾਬੀ ਸੂਬਾ ਬੜੀ ਵੱਡੀ ਐਜੀਟੇਸ਼ਨ ਤੋਂ ਬਾਅਦ ਉਹ ਬਣਿਆ ਸੀਗਾ, ਉਸ ਤੋਂ ਬਾਅਦ ਜਿਹੜਾ ਹੈਗਾ ਵੀ ਹਿਮਾਚਲ ਔਰ ਹਰਿਆਣਾ ਦੇ ਜਿਹੜੇ ਹਿੱਸੇ ਨੇ ਪੰਜਾਬੀ ਬੋਲਦੇ ਹੈਗੇ ਆ, ਉਹ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਵੀ ਪਾਸ ਹੋਇਆ। ਲੇਕਿਨ ਜਿਹੜੀਆਂ ਮੰਗਾਂ ਉਹ ਅਜੇ ਵੀ ਬਰਕਰਾਰ ਨੇ, ਜਿਉਂ ਦੀਆਂ ਤਿਉਂ ਹੈਗੀਆਂ ਨੇ। ਉਹਦੇ ਵਿੱਚ ਜਿਹੜੀਆਂ ਕੋਈ ਉਹ ਜਿਹੜੇ ਮਤੇ ਵਾਲੀ ਤਾਂ ਹੁਣ ਵੈਸੇ ਕੋਈ ਵੀ ਨਹੀਂ ਗੱਲ ਕਰ ਰਿਹਾ ਕਿਉਂਕਿ ਜਦੋਂ 1972 ਦੇ ਵਿੱਚ ਪਹਿਲੀ ਵਾਰ ਜਿਹੜੀ ਕਾਂਗਰਸ ਸਰਕਾਰ 5 ਸਾਲ ਚੱਲੀ ਆ, 72 ਤੋਂ ਲੈ ਕੇ 77 ਤੱਕ, 72 ਤੋਂ ਬਾਅਦ 1973 ਦੇ ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪਾਸ ਹੁੰਦਾ, ਉਹ ਪਾਸ ਹੁੰਦਾ ਹੈਗਾ। ਲੇਕਿਨ ਜਦੋਂ 1966 ਹੈਗਾ, 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣ ਜਾਂਦਾ, ਉਦੋਂ ਵੀ ਇੱਕ ਜਿਹੜਾ ਕਾਂਗਰਸ ਦਾ ਹੀ ਜਿਹੜਾ ਲੀਡਰ ਹੈਗਾ ਉਹ ਜਿਹੜਾ ਉਹਦਾ ਮੁੱਖ ਮੰਤਰੀ ਬਣਦਾ। ਜਦੋਂ ਉਸ ਤੋਂ ਬਾਅਦ ਜਿਹੜੇ ਹੈਗੇ ਆ ਜਦੋਂ ਅਕਾਲੀ ਬਣਦੇ ਨੇ, ਲਗਾਤਾਰ ਬਣ ਰਹੇ ਨੇ, ਲੇਕਿਨ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਸਾਲ 1.5 ਸਾਲ ਤੋਂ ਵੱਧ ਚੱਲੀ ਹੋਈ ਨਹੀਂ। ਬਿਲਕੁਲ ਜੇ ਚੱਲੀ ਆ ਤੇ ਸਿਰਫ 72 ਤੋਂ ਲੈ ਕੇ 77 ਤੱਕ ਗਿਆਨੀ ਜੈਲ ਸਿੰਘ ਦੀ ਸਰਕਾਰ ਚੱਲੀ ਆ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਹਿਸੂਸ ਹੋਇਆ ਵੀ ਨਹੀਂ ਵੀ ਇਹ ਗੱਲ ਬਣੀ ਨਹੀਂ ਹੈਗੀ। ਇੱਕ ਤਾਂ ਕਿ ਅਸੀਂ ਜਿਹੜਾ ਸੂਬਾ ਜਿਹੜਾ ਰੰਗਲਾ ਪੰਜਾਬ ਸੀ ਉਹਨੂੰ ਤਾਂ ਕੰਗਲਾ ਕਰ ਲਿਆ, ਇੱਕ ਉਹਨੂੰ ਲੰਗੜਾ ਵੀ ਕਰ ਲਿਆ ਸੀ। ਫਿਰ ਜਿਹੜਾ ਹੈਗਾ ਵੀ ਉਹਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਉਹ ਬਾਹਰ ਚਲੇ ਗਏ ਤੇ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਉਹ ਵਧਦੀਆਂ ਗਈਆਂ। ਚੰਡੀਗੜ੍ਹ ਜਿਹੜਾ ਵਾ ਸਾਡਾ ਸੀਗਾ, ਸਾਡੇ ਜਿਹੜੇ ਪਿੰਡ ਉਜਾੜ ਕੇ ਉਹ ਬਣਿਆ ਸੀਗਾ। ਇੱਕ ਬੰਨੇ ਤਾਂ ਅਸੀਂ ਕਹਿੰਦੇ ਸੀਗੇ ਵੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਇਹਦੇ ਵਿੱਚ ਦੇਖੋ ਉਸ ਸਮੇਂ ਦੀ ਸਰਕਾਰ ਵੀ ਜ਼ਿੰਮੇਵਾਰ ਸੀ, ਸਾਡੀ ਸਰਕਾਰ ਵੀ ਸੀ, ਉਦੋਂ ਬਰਨਾਲਾ ਸਰਕਾਰ ਵੀ ਸੀਗੀ। ਉਦੋਂ ਵੀ ਉਹਨਾਂ ਨੇ ਜਿਹੜਾ ਹੈਗਾ ਜਿਹੜੀ ਹੈਗੀ ਆ ਵੀ ਉਹਨੂੰ ਇੰਪਲੀਮੈਂਟ ਹੋਣ ਨਹੀਂ ਦਿੱਤਾ। ਜਦੋਂ ਕਿ ਪੰਜਾਬ ਅਕੋਰਡ ਜਿਹੜਾ ਹੈਗਾ ਉਹ ਸਾਈਨ ਹੋਇਆ ਸੀਗਾ, ਉਹਦੇ ਵਿੱਚ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਮਿਲਣਾ ਸੀਗਾ ਤੇ ਬਾਕੀ ਹੋਰ ਜਿਹੜੀਆਂ ਮਤਲਬ ਕੋਈ ਵੀ ਜਿਹੜੀ ਬਾਤ ਜਿਹੜੀ ਉਹ ਇੰਪਲੀਮੈਂਟ ਨਹੀਂ ਹੋਈ, ਉਹ ਲਗਾਤਾਰ ਸਹੀ ਚੜ੍ਹ ਹੀ ਨਹੀਂ ਪਾਈ, ਸਿਰੇ ਲੱਗ ਹੀ ਨਹੀਂ ਪਾਈ। ਜਿੰਨੇ ਵੀ ਅਕੋਰਡ ਹੋਏ, ਭਾਵੇਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਅਨੰਦਪੁਰ ਸਾਹਿਬ ਦਾ ਮਤਾ ਹੋਇਆ, ਕੋਈ ਵੀ ਸਿਰੇ ਚੜ੍ਹ ਹੀ ਨਹੀਂ ਪਾਇਆ। ਇਹਦੇ ਪਿੱਛੇ ਰਾਜਨੀਤਿਕ ਗੱਲਾਂ ਵੀ ਬੜੀਆਂ ਸਾਰੀਆਂ ਸਮੇਂ-ਸਮੇਂ ਤੇ ਨਿਕਲ ਕੇ ਆਉਂਦੀਆਂ ਰਹੀਆਂ ਨੇ। ਡਾਕਟਰ ਜਸਪਾਲ ਸਿੰਘ ਜੀ, ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ?
ਹਾਂਜੀ ਆ ਰਹੀ ਹੈ। ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿਉਂਕਿ ਤੁਸੀਂ ਬਹੁਤ ਪੜ੍ਹਦੇ ਹੋ, ਆਜ਼ਾਦੀ ਲਹਿਰ ਬਾਰੇ ਬੜਾ ਕੁਝ ਪੜ੍ਹਿਆ ਤੁਸੀਂ, ਅਸੀਂ ਤੁਹਾਡੇ ਲੈਕਚਰ ਵੀ ਬੜੇ ਸੁਣਦੇ ਰਹਿੰਦੇ ਹਾਂ। ਜੇ ਸੰਖੇਪ ਦੇ ਵਿੱਚ ਮੈਂ ਗੱਲ ਕਰਾਂ ਤੇ ਆਜ਼ਾਦੀ ਲਹਿਰ ਦੇ ਵਿੱਚ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਯੋਗਦਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਕਿਵੇਂ ਇਸ ਸਾਰੀ ਚੀਜ਼ ਨੂੰ ਸਮਝਦੇ ਹੋ? ਦੇਖੋ, ਜੇ ਇਤਿਹਾਸ ਦੀ ਅਸੀਂ ਸਟੱਡੀ ਕਰੀਏ ਜੀ ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਔਰ ਤਕਰੀਬਨ ਸਾਰੇ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਨੇ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਹਿੱਸਾ ਪਾਇਆ ਹੈ। ਔਰ ਜੇ ਮੈਂ ਇਸ ਤਰ੍ਹਾਂ ਕਹਾਂ ਤੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਨੇ ਪੰਜਾਬੀਆਂ ਨੇ ਜੀ। ਜੇ ਸਿੱਖਾਂ ਦੀ ਗੱਲ ਕਰਾਂ ਤਾਂ ਜਿੰਨੀ ਸਿੱਖਾਂ ਦੀ ਆਬਾਦੀ ਹੈ ਉਹਨਾਂ ਦੇ ਅਨੁਪਾਤ ਤੋਂ ਕਈ ਗੁਣਾ ਵੱਧ ਸ਼ਹੀਦੀਆਂ ਜਿਹੜੀਆਂ ਨੇ, ਕੁਰਬਾਨੀਆਂ ਜਿਹੜੀਆਂ ਨੇ ਉਹ ਸਿੱਖਾਂ ਨੇ ਦਿੱਤੀਆਂ ਨੇ, ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ। ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿ ਜਿਹੜੀਆਂ ਲਹਿਰਾਂ ਪੰਜਾਬ ਵਿੱਚ ਚੱਲੀਆਂ ਨੇ ਜੀ ਆਜ਼ਾਦੀ ਦੀ ਲੜਾਈ ਲੜਨ ਵਾਸਤੇ, ਜਿਨ੍ਹਾਂ ਵਿੱਚ ਕੂਕਾ ਮੂਵਮੈਂਟ ਮੈਂ ਕਹਿ ਸਕਦਾ, ਕੂਕਾ ਲਹਿਰ ਜੀ, ਅਕਾਲੀ ਲਹਿਰ, ਗੁਰਦੁਆਰਾ ਰਿਫਾਰਮ ਮੂਵਮੈਂਟ, ਇਸ ਤੋਂ ਇਲਾਵਾ ਬੱਬਰ ਅਕਾਲੀ ਲਹਿਰ, ਫਿਰ ਇਹਨਾਂ ਸਾਰੀਆਂ ਲਹਿਰਾਂ ਨੇ ਮੈਂ ਇਹ ਕਹਿ ਸਕਦਾ ਕਿ ਜਿਹੜੀ ਸਾਡੀ ਆਜ਼ਾਦੀ ਦੀ ਲੜਾਈ ਹੈ ਉਸ ਨੂੰ ਰਾਸ਼ਟਰੀ ਪਰਿਪੇਖ ਵਿੱਚ ਲਿਆ ਖੜੇ ਕੀਤਾ ਸੀ। ਖਾਲੀ ਪੰਜਾਬ ਦੀ ਗੱਲ ਨਹੀਂ ਸੀ, ਇਹ ਲਹਿਰਾਂ ਪੰਜਾਬ 'ਚ ਚੱਲੀਆਂ, ਪਰ ਸਾਰੀ ਜਿਹੜੀ ਲੜਾਈ ਹੈ ਉਹ ਰਾਸ਼ਟਰੀ ਪਰਿਪੇਖ ਵਿੱਚ ਆ ਖੜੀ ਹੋਈ ਸੀ, ਆਜ਼ਾਦੀ ਦੀ ਲੜਾਈ। ਔਰ ਫਿਰ ਉਹਨਾਂ ਪੰਜਾਬੀਆਂ ਨੂੰ ਵੀ ਮੈਂ ਸਲਾਮ ਕਰਨਾ ਚਾਹੁੰਦਾ ਜੀ ਜਿਨ੍ਹਾਂ ਪੰਜਾਬੀਆਂ ਨੇ ਪੰਜਾਬ ਤੋਂ ਹਿਜਰਤ ਕਰਕੇ ਉਹ ਬਾਹਰ ਚਲੇ ਗਏ, ਅਮਰੀਕਾ ਚਲੇ ਗਏ, ਕੈਨੇਡਾ ਚਲੇ ਗਏ, ਹੋਰ ਮੁਲਕਾਂ ਵਿੱਚ ਚਲੇ ਗਏ, ਪਰ ਉੱਥੋਂ ਵੀ ਆਜ਼ਾਦੀ ਦੀ ਲੜਾਈ ਦੀਆਂ ਉਹ ਲਹਿਰਾਂ ਉੱਠੀਆਂ ਜਿਨ੍ਹਾਂ ਦਾ ਇਤਿਹਾਸ ਵਿੱਚ ਬਹੁਤ ਵੱਡਾ ਮੁਕਾਮ ਹੈ। ਉਹਦੇ ਵਿੱਚੋਂ ਮੈਂ ਜੇ ਨਾਂ ਲਵਾਂ ਤੇ ਜਿਹੜੀ ਗਦਰ ਮੂਵਮੈਂਟ ਹੈ ਸਭ ਤੋਂ ਵੱਡੀ ਉਸ ਦਾ ਬਹੁਤ ਵੱਡੀ ਭੂਮਿਕਾ ਹੈ ਸਾਡੀ ਆਜ਼ਾਦੀ ਦੀ ਲੜਾਈ ਵਿੱਚ। ਔਰ ਸੈਨ ਫਰਾਂਸਿਸਕੋ ਵਿੱਚ ਯੁਗਾਂਤਰ ਆਸ਼ਰਮ ਵਿੱਚ ਉਹਦਾ ਦਫ਼ਤਰ ਸੀ, ਅੱਜ ਵੀ ਉੱਥੇ ਦਫ਼ਤਰ ਮੌਜੂਦ ਹੈ ਜਿੱਥੋਂ ਗਦਰ ਅਖਬਾਰ ਛਪਿਆ ਕਰਦੀ ਸੀ। ਮੈਂ ਉਹਦੇ ਬਾਰੇ ਹੁਣੇ ਗੱਲ ਕਰਾਂਗਾ। ਫਿਰ ਅਸੀਂ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਹੋਇਆ ਹੈ, ਉਸ ਨੂੰ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ। ਫਿਰ ਕੈਨੇਡਾ ਵਿੱਚ ਵੈਂਕੂਵਰ ਵਿੱਚ ਜਦੋਂ ਕਾਮਾਗਾਟਾ ਮਾਰੂ ਦਾ ਜਿਹੜਾ ਜਹਾਜ਼ ਨੂੰ ਨਹੀਂ ਉੱਥੇ ਰੁਕਣ ਦਿੱਤਾ ਗਿਆ, ਸਵਾਰੀਆਂ ਨੂੰ ਨਹੀਂ ਉਤਰਨ ਦਿੱਤਾ ਗਿਆ, ਉਹ ਸਾਕਾ ਵੀ। ਔਰ ਫਿਰ ਜਦੋਂ ਉਹ ਵਾਪਸ ਆਉਂਦੇ ਨੇ ਤਾਂ ਕਲਕੱਤੇ ਬਜਬਜ ਘਾਟ 'ਚ ਉਹਨਾਂ ਤੇ ਗੋਲੀ ਚਲਾਈ ਜਾਂਦੀ ਹੈ ਔਰ 20 ਤੋਂ ਵੱਧ ਬੰਦੇ ਉੱਥੇ ਗੋਲੀ ਕਰਕੇ ਮਾਰੇ ਜਾਂਦੇ ਨੇ। ਮੈਨੂੰ ਬੜਾ ਇਤਿਹਾਸ ਪੜ੍ਹ ਕੇ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਹੈ ਜਦੋਂ ਚੱਲਦਾ ਹੈ ਤੇ ਉਹਦੇ 'ਚ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਜੀ। ਔਰ ਰੋਜ਼ਾਨਾ ਜਦ ਤੱਕ ਉਹ ਜਹਾਜ਼ ਵੈਂਕੂਵਰ ਗਿਆ ਔਰ ਵੈਂਕੂਵਰ 2 ਮਹੀਨੇ ਖੜਾ ਰਿਹਾ, ਉਹਨੂੰ ਉਤਰਨ ਨਹੀਂ ਦਿੱਤਾ ਗਿਆ ਲੋਕਾਂ ਨੂੰ। ਉੱਥੋਂ ਜਦੋਂ ਵਾਪਸ ਬਜਬਜ ਘਾਟ ਆਉਂਦਾ ਹੈ ਤਾਂ ਮਹਾਰਾਜ ਦੀ ਸਵਾਰੀ, ਉਹਦਾ ਪ੍ਰਕਾਸ਼ ਔਰ ਉਹਦਾ ਹੁਕਮਨਾਮਾ ਲੈਣਾ, ਇਹ ਉੱਥੋਂ ਜਿਹੜੇ ਯਾਤਰੀ ਨੇ ਉਹ ਮਰਿਆਦਾ ਵੀ ਨਿਭਾਉਂਦੇ ਰਹੇ ਨੇ। ਪਰ ਜੋ ਕੁਝ ਵਾਪਰਿਆ ਉਸ ਜਹਾਜ਼ ਨਾਲ, ਮੈਨੂੰ ਲੱਗਦਾ ਹੈ ਕਿ ਉਹ ਵਾਕਿਆ ਵੀ ਇੱਕ ਬਹੁਤ ਵੱਡਾ ਸਾਡੀ ਆਜ਼ਾਦੀ ਦੀ ਲੜਾਈ ਦਾ ਬੜੀ ਇੰਪੋਰਟੈਂਟ ਘਟਨਾ ਹੈ ਜੀ। ਮੈਂ ਇਹ ਕਹਿ ਸਕਦਾ ਕਿ ਇਹਨਾਂ ਸਾਰੀਆਂ ਲਹਿਰਾਂ ਨੇ, ਜਿਹੜੀਆਂ ਗਦਰ ਮੂਵਮੈਂਟ ਹੋਵੇ, ਕਾਮਾਗਾਟਾ ਮਾਰੂ ਹੋਵੇ, ਇਸਨੇ ਜਿਹੜੀ ਸਾਡੀ ਆਜ਼ਾਦੀ ਦੀ ਲੜਾਈ ਹੈ ਉਹਨੂੰ ਅੰਤਰਰਾਸ਼ਟਰੀ ਪਰਿਪੇਖ ਵਿੱਚ ਖੜਾ ਕਰ ਦਿੱਤਾ ਸੀ। ਪੂਰੀ ਦੁਨੀਆ ਵਿੱਚ ਚਰਚਾ ਹੋ ਗਈ ਸੀ ਕਿ ਹਿੰਦੁਸਤਾਨ ਵਿੱਚ ਆਜ਼ਾਦੀ ਦੀ। ਡਾਕਟਰ ਸਾਹਿਬ ਮੈਂ ਇੱਕ ਗੱਲ ਥੋੜੀ ਹੋਰ ਸਮਝਣਾ ਚਾਹੁੰਦਾ ਅੰਤਰਰਾਸ਼ਟਰੀ ਖੇਤਰ ਵਿੱਚ। ਡਾਕਟਰ ਸਾਹਿਬ ਮੈਂ ਤੁਹਾਨੂੰ ਬਹੁਤ ਕੁਝ ਕਹਿ ਸਕਦਾ ਜੀ। ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ। ਮੈਂ ਇੱਥੇ ਤੁਹਾਨੂੰ 3 ਸਟੇਟਮੈਂਟਾਂ ਜੀ ਚਲੋ ਪਹਿਲਾਂ ਤੁਸੀਂ ਆਪਣੀ ਸਟੇਟਮੈਂਟਸ ਦੱਸੋ, ਫਿਰ ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਅੱਛਾ, ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਮੈਂ 1913 ਵਿੱਚ ਗਦਰ ਮੂਵਮੈਂਟ ਜਿਹੜੀ ਹੈ, ਗਦਰ ਅਖਬਾਰ ਸ਼ੁਰੂ ਹੋਈ ਔਰ ਗਦਰ ਮੂਵਮੈਂਟ ਸ਼ੁਰੂ ਹੁੰਦੀ ਹੈ ਜੀ। ਔਰ 2013 ਵਿੱਚ ਮੈਂ ਖੁਦ ਸੈਨ ਫਰਾਂਸਿਸਕੋ ਗਿਆ, ਯੁਗਾਂਤਰ ਆਸ਼ਰਮ ਦਫ਼ਤਰ ਗਿਆ ਔਰ ਉੱਥੇ ਮੈਂ ਗਦਰ ਅਖਬਾਰ ਜਿਹੜੀ ਹੈ ਉਸ ਦਾ ਜਿਹੜਾ ਪਹਿਲਾ ਵੋਲਿਊਮ ਹੈ ਉਹ ਜਦੋਂ ਮੈਂ ਪੜ੍ਹਿਆ ਤੇ ਮੇਰੀ ਹੈਰਾਨਗੀ
ਦੀ ਹੱਦ ਮੁੱਕ ਗਈ। ਮੈਂ ਚਾਹਾਂਗਾ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗੇ ਕਿ ਜਿਹੜੇ ਪੰਜਾਬੀ ਇੱਥੋਂ ਗਏ, ਜਿਹੜੇ ਸਿੱਖ ਇੱਥੋਂ ਗਏ, ਉਹਨਾਂ ਨੇ ਕਿਸ ਤਰ੍ਹਾਂ ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਹੈ ਉਸ ਨੂੰ ਕੈਨੇਡਾ ਵਿੱਚ, ਅਮਰੀਕਾ ਵਿੱਚ ਔਰ ਯੁਗਾਂਤਰ ਆਸ਼ਰਮ ਦੇ ਉਸ ਦਫ਼ਤਰ ਤੋਂ ਕਿਸ ਤਰ੍ਹਾਂ ਚਲਾਇਆ ਹੈ। ਤੁਸੀਂ ਹੈਰਾਨ ਹੋਵੋਗੇ, ਜਿਹੜਾ ਪਹਿਲਾ ਵੋਲਿਊਮ ਹੈ ਗਦਰ ਮੂਵਮੈਂਟ ਦਾ, ਉਹਦੀ ਸਭ ਤੋਂ ਵੱਡੀ ਜਿਹੜੀ ਟਾਈਟਲ ਲਾਈਨ ਹੈ ਜੀ, ਮੈਂ ਪੜ੍ਹ ਕੇ ਹੈਰਾਨ ਹੋ ਗਿਆ। ਉਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਵਚਨ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ। ਵਾਹ, ਇਹ ਪਹਿਲੀ ਲਾਈਨ ਹੈ ਟਾਈਟਲ ਪੇਜ ਵਿੱਚ, ਜਦੋਂ ਗਦਰ ਅਖਬਾਰ ਕੱਢੀ ਗਈ ਹੈ ਗਦਰ ਕਰਨ ਵਾਸਤੇ। ਫਿਰ ਜਿਹੜਾ ਪਹਿਲਾ ਐਡਵਰਟਾਈਜ਼ਮੈਂਟ ਛਾਪਿਆ ਗਿਆ ਉਹ ਪੜਨ ਵਾਲਾ ਹੈ। ਮੈਂ ਸੱਚੀ ਕਹਾਂ, ਜੇ ਅਸੀਂ ਉਹ ਐਡਵਰਟਾਈਜ਼ਮੈਂਟ ਪੜ੍ਹ ਲਈਏ ਤਾਂ ਸਾਨੂੰ ਪਤਾ ਲੱਗ ਜਾਏਗਾ। ਉਹ ਕਹਿੰਦੇ ਹਨ ਕਿ ਐਡਵਰਟਾਈਜ਼ਮੈਂਟ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਅੱਜ ਅਸੀਂ ਵਿਦੇਸ਼ੀ ਧਰਤੀ ਤੇ ਆਪਣੀ ਬੋਲੀ ਵਿੱਚ ਅੰਗਰੇਜ਼ੀ ਸਮਰਾਜ ਵਿਰੁੱਧ ਜੰਗ ਛੇੜ ਰਹੇ ਹਾਂ। ਵਾਹ, ਅੱਜ ਤੋਂ ਸਾਡਾ ਨਾਂ ਕੀ ਹੈ? ਗਦਰ। ਸਾਡਾ ਕੰਮ ਕੀ ਹੈ? ਗਦਰ। ਗਦਰ ਕਿੱਥੇ ਹੋਵੇਗਾ? ਹਿੰਦੁਸਤਾਨ ਵਿੱਚ। ਜਲਦੀ ਹੀ ਉਹ ਸਮਾਂ ਆਏਗਾ, ਇਹ ਲਾਈਨ ਧਿਆਨ ਦੇਣ ਵਾਲੀ ਹੈ ਉਸ ਐਡਵਰਟਾਈਜ਼ਮੈਂਟ ਦੀ। ਜਲਦੀ ਹੀ ਉਹ ਸਮਾਂ ਆਏਗਾ ਜਦੋਂ ਬੰਦੂਕ ਤੇ ਲਹੂ, ਕਲਮ ਤੇ ਸਿਆਹੀ ਦੀ ਥਾਂ ਲੈ ਲੈਣਗੇ। ਵਾਹ। ਫਿਰ ਇਸ ਗਦਰ ਦੀ ਗੂੰਜ ਵਿੱਚ ਇੱਕ ਹੋਰ ਐਡ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਵਿੱਚ ਗਦਰ ਫੈਲਾਉਣ ਲਈ ਜੋਸ਼ੀਲੇ ਤੇ ਬਹਾਦਰ ਸਿਪਾਹੀਆਂ ਦੀ ਲੋੜ ਹੈ। ਦੇਖੋ, ਜਿਸ ਤਰ੍ਹਾਂ ਅੱਜ ਅਸੀਂ ਐਡ ਕੱਢਦੇ ਆ ਨਾ ਕੋਈ ਕਿ ਸਾਨੂੰ ਲੋੜ ਹੈ, ਇੱਥੇ ਵੀ ਲੋੜ ਹੈ। ਔਰ ਕਹਿ ਰਹੇ ਨੇ ਕਿ ਸਾਨੂੰ ਗਦਰ ਦੇ ਸਿਪਾਹੀਆਂ ਦੀ ਲੋੜ ਹੈ। ਐਡ ਵਿੱਚ ਲਿਖਿਆ ਹੈ, ਤਨਖਾਹ ਕੀ ਹੋਏਗੀ? ਮੌਤ। ਵਾਹ। ਇਨਾਮ ਕੀ ਹੋਏਗਾ? ਸ਼ਹਾਦਤ। ਪੈਨਸ਼ਨ ਕੀ ਹੋਏਗੀ? ਆਜ਼ਾਦੀ। ਤੇ ਕਾਰਜ ਖੇਤਰ ਕੀ ਹੋਏਗਾ? ਹਿੰਦੁਸਤਾਨ। ਇਹ ਐਡ ਗਦਰ ਦੀ ਗੂੰਜ ਵਿੱਚ ਛਾਪੀ ਗਈ ਹੈ ਕਿ ਜਿਨ੍ਹਾਂ ਨੇ ਗਦਰ ਮੂਵਮੈਂਟ ਵਿੱਚ ਸ਼ਾਮਲ ਹੋਣਾ ਹੈ ਔਰ ਹਿੰਦੁਸਤਾਨ ਚੱਲਣਾ ਗਦਰ ਕਰਨ ਵਾਸਤੇ, ਉਹ ਉਹਨਾਂ ਵਾਸਤੇ ਉਹਨਾਂ ਨੇ ਲਿਖਿਆ ਹੈ ਕਿ ਤਨਖਾਹ ਮੌਤ ਹੈ, ਧਿਆਨ ਰੱਖਣਾ, ਇਨਾਮ ਸ਼ਹਾਦਤ ਹੈ, ਪੈਨਸ਼ਨ ਆਜ਼ਾਦੀ ਹੈ, ਕਾਰਜ ਖੇਤਰ ਹਿੰਦੁਸਤਾਨ ਹੈ। ਔਰ ਥੱਲੇ ਦਸਤਖਤ ਨੇ ਪ੍ਰਧਾਨ ਸੋਹਣ ਸਿੰਘ ਪਕਨਾ ਤੇ ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ। ਇਹ 1913 ਵਿੱਚ ਐਡ ਜਿਹੜੀ ਹੈ ਅਮਰੀਕਾ ਦੀ ਧਰਤੀ ਤੇ ਸੈਨ ਫਰਾਂਸਿਸਕੋ ਤੋਂ ਜਿਹੜੀ ਹੈ ਦਫ਼ਤਰ ਤੋਂ ਇਹ ਅਖਬਾਰ ਜਾਰੀ ਹੁੰਦੀ ਹੈ। ਬਿਲਕੁਲ, ਇਹ ਐਡ ਸਾਡੀ ਐਡੀ ਅਮੀਰ ਵਿਰਾਸਤ। ਜਦੋਂ ਮੈਂ ਗਦਰ ਦੀ ਕਵਿਤਾ ਸੁਣਦਾ, ਜਿਹੜੇ ਜੇਲ੍ਹ 'ਚ ਬੈਠੇ ਨੇ, ਮੈਂ ਉਹ ਸੁਣਾ ਕੇ ਆਪਣੀ ਗੱਲ ਖਤਮ ਕਰਾਂਗਾ। ਹਾਂਜੀ, ਜ਼ਰੂਰ। ਅਰਜਨ ਸਿੰਘ ਇੱਕ ਸ਼ਾਇਰ ਨੇ, ਅੰਦਰ ਬੈਠ ਕੇ ਕਵਿਤਾ ਲਿਖਦੇ ਨੇ ਗਦਰ ਵਾਸਤੇ ਜੀ। ਉਹ ਕਹਿੰਦੇ ਨੇ, ਬੇਲਣੇ 'ਚ ਪੀੜ ਹੋਵਾਂ, ਆਰੇ ਨਾਲ ਚੀਰ ਹੋਵਾਂ, ਭਾਵੇਂ ਲੀਰ ਹੋਵਾਂ, ਤਾਂ ਵੀ ਦਿਲ ਸ਼ਾਦੀ ਹੈ। ਹਿੰਦ ਨੂੰ ਗੁਲਾਮ ਨਹੀਂ ਰਹਿਣ ਦੇਣਾ ਇੱਕ ਮਿੰਟ, ਸੱਚਮੁੱਚ ਚਿੱਤ 'ਚ ਕਸਮ ਇਹੋ ਖਾਦੀ ਹੈ। ਹੁਣ ਤੁਸੀਂ ਦੇਖੋ, ਇਹ ਜਜ਼ਬਾ ਜਿਹੜਾ ਹੈ ਸ਼ਹਾਦਤ ਦਾ, ਇਹ ਜਜ਼ਬਾ ਜਿਹੜਾ ਹੈ ਆਜ਼ਾਦੀ ਹਾਸਲ ਕਰਨ ਦਾ, ਇਹ ਪੰਜਾਬੀਆਂ ਵਿੱਚ, ਉਹ ਪੰਜਾਬੀ ਜਿਹੜੇ ਇੱਥੋਂ ਹਿਜਰਤ ਕਰਕੇ ਬਾਹਰ ਚਲੇ ਜਾਂਦੇ ਨੇ, ਉਹ ਕਿਸ ਤਰ੍ਹਾਂ ਤਿਆਰੀ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਜਾਨ, ਆਪਣਾ ਸਿਰ ਤਲੀ ਤੇ ਰੱਖ ਕੇ ਆਜ਼ਾਦੀ ਹਾਸਲ ਕਰਨ ਵਾਸਤੇ ਤਿਆਰੀ ਕਰਦੇ ਪਏ ਨੇ। ਕੋਈ ਉਦਾਹਰਨ ਨਹੀਂ ਲੱਗਦਾ ਹੈ ਇਤਿਹਾਸ 'ਚ ਕੋਈ ਉਦਾਹਰਨ ਨਹੀਂ ਮਿਲਦੀ। ਸਿੱਖਾਂ ਦਾ ਹਿੱਸਾ ਹੈ ਆਜ਼ਾਦੀ ਦੀ ਲੜਾਈ ਵਿੱਚ, ਉਹਦਾ ਕੋਈ ਹੋਰ ਮੈਚ ਨਹੀਂ ਹੈ। ਬਿਲਕੁਲ ਉਦਾਹਰਨ ਨਹੀਂ ਮਿਲਦੀ। ਬਿਲਕੁਲ ਠੀਕ ਹੈ ਗੱਲ ਤੁਹਾਡੀ, ਬਹੁਤ ਵਧੀਆ ਤੁਸੀਂ ਇਤਿਹਾਸ ਦੇ ਪੰਨੇ ਫਰੋਲੇ ਨੇ। ਮੈਨੂੰ ਲੱਗਦਾ ਕਿ ਬੜੇ ਸਾਡੇ ਸਾਰੇ ਦਰਸ਼ਕ ਮੇਰੇ ਸਮੇਤ ਜਿਨ੍ਹਾਂ ਨੂੰ ਇੰਨਾ ਇਤਿਹਾਸ ਪਤਾ ਹੀ ਨਹੀਂ ਸੀਗਾ ਜੋ ਤੁਸੀਂ ਅੱਜ ਦੱਸਿਆ। ਸਾਡੇ ਨਾਲ ਬਣੇ ਰਹੋ। ਸਾਡੇ ਨਾਲ ਐਸ ਚੰਨੀ ਸਾਹਿਬ ਵੀ ਮੌਜੂਦ ਨੇ। ਚੰਨੀ ਸਾਹਿਬ, ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ, ਐਡੀ ਸਾਡੀ ਅਮੀਰ ਵਿਰਾਸਤ ਹੋਵੇ, ਐਡਾ ਸਾਡਾ ਸੰਘਰਸ਼ ਹੋਵੇ, ਇੰਨੀ ਸਾਡੀ ਸ਼ਹਾਦਤ ਹੋਵੇ, ਜਦੋਂ ਵੀ ਅਸੀਂ ਕੇਂਦਰ ਦੇ ਕੋਲ ਇਹ ਸਾਰੀਆਂ ਮੰਗਾਂ ਲੈ ਕੇ ਜਾਂਦੇ ਰਹੇ ਹਾਂ, ਬੜੀਆਂ ਗੱਲਾਂ ਸਮੇਂ-ਸਮੇਂ ਤੇ ਹੁੰਦੀਆਂ ਰਹੀਆਂ, ਕਿੰਨੇ ਅਕੋਰਡ ਵੀ ਹੁੰਦੇ ਰਹੇ, ਸਮਝੌਤੇ ਵੀ ਹੁੰਦੇ ਰਹੇ, ਅਜਿਹਾ ਕੀ ਕਾਰਨ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਇਹ ਕੁਝ ਵੀ ਸਿਰੇ ਚੜ੍ਹ ਨਹੀਂ ਪਾਇਆ? ਜੋ ਸਾਡੀਆਂ ਡਿਮਾਂਡ ਸੀ ਪੂਰੀਆਂ ਹੋ ਨਹੀਂ ਪਾਈਆਂ, ਅਕੋਰਡ ਸਾਡੇ ਸਿਰੇ ਚੜ੍ਹ ਨਹੀਂ ਪਾਏ, ਸਟਿਲ ਅਸੀਂ ਹਾਲੇ ਵੀ ਉਸੇ ਸੰਘਰਸ਼ ਦੇ ਵਿੱਚੋਂ ਲੰਘਦੇ ਜਾ ਰਹੇ ਹਾਂ ਔਰ ਲੰਘਦੇ ਜਾ ਰਹੇ ਹਾਂ, ਇਸੇ ਤਰ੍ਹਾਂ ਹੀ ਲੰਘਦੇ ਜਾ ਰਹੇ ਹਾਂ। ਇੱਕ ਆਸ ਦੀ, ਉਮੀਦ ਦੀ ਕਿਰਨ ਵੀ ਨਹੀਂ ਨਜ਼ਰ ਆਉਂਦੀ ਕਿ ਇਹ ਸੰਘਰਸ਼ ਕਦੇ ਸਾਡਾ ਖਤਮ ਹੋਏਗਾ। ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਮਸ਼ਕੂਰ ਹੈ, ਤੁਹਾਡੇ ਸਾਰੇ ਸਰੋਤਿਆਂ ਦਾ ਮਸ਼ਕੂਰ ਹੈ ਜੀ, ਔਰ ਮੇਰੇ ਕੋ ਪੈਨਲਿਸਟ ਜਿਹੜੇ ਰਵਿੰਦਰਨ ਜੀ ਨੇ, ਵਾਲੀਆ ਜੀ ਨੇ ਔਰ ਡਾਕਟਰ ਜਸਪਾਲ ਸਿੰਘ ਜੀ ਨੇ, ਉਹਨਾਂ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਪਹਿਲਾਂ ਤਾਂ ਮੈਂ ਆਜ਼ਾਦੀ ਦੇ ਦਿਵਸ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ। ਔਰ ਜਿੰਨੇ ਵਿਸਤਾਰ ਦੇ ਨਾਲ
ਡਾਕਟਰ ਸਾਹਿਬ ਨੇ ਕਿਹਾ ਹੈ, ਵਾਲੀਆ ਸਾਹਿਬ ਨੇ ਕਿਹਾ ਹੈ, ਰਵਿੰਦਰ ਜੀ ਨੇ ਕਿਹਾ ਹੈ, ਇੱਕ ਬਹੁਤ ਵੱਡੀ ਗਾਥਾਵਾਂ ਨੇ ਰਾਦਰ ਜਿਹੜੀਆਂ ਆਜ਼ਾਦੀ ਦੀ ਲਹਿਰ ਵਾਸਤੇ ਚੱਲੀਆਂ ਨੇ। ਮੈਂ ਇਹ ਇੱਥੋਂ ਸ਼ੁਰੂ ਕਰਾਂਗਾ ਕਿ ਜਦੋਂ ਸਾਨੂੰ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੈਸੇਜ ਦਿੱਤਾ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤੇ ਉਹ ਇੱਕ ਜਿਹੜਾ ਬੰਦਾ ਕਿਰਤੀ ਹੁੰਦਾ ਨਾ, ਉਹ ਕਿਸੇ ਦੀ, ਕਿਉਂਕਿ ਉਹਦਾ ਸਵੈ ਅਭਿਮਾਨ ਉਹਦੇ ਵਿੱਚ ਬਹੁਤ ਆਉਂਦਾ ਹੈ, ਕਿਉਂਕਿ ਉਹ ਕਿਸੇ ਦਾ ਦਸਾਂ ਨੌਂ ਦੀ ਕਮਾਈ ਕਰਦਾ ਹੈ, ਉਹਨੂੰ ਖਾਂਦਾ, ਔਰ ਕਿਸੇ ਦੀ ਲੱਤ ਥੱਲੇ ਨਹੀਂ ਉਹ ਰਹਿ ਸਕਦਾ। ਔਰ ਉੱਥੋਂ ਜਦੋਂ ਜਿਹੜੀ ਗੱਲ ਸ਼ੁਰੂ ਹੋਈ, ਫਿਰ ਸਾਡੇ 5ਵੇਂ ਪਾਤਸ਼ਾਹ ਨੇ ਕੁਰਬਾਨੀ ਦਿੱਤੀ, ਫਿਰ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਆਜ਼ਾਦੀ ਵਾਲੇ ਪਾਸੇ ਸਾਨੂੰ ਲੈ ਕੇ ਜਾਂਦੀਆਂ ਨੇ, ਕਿਉਂਕਿ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰਨਾ ਪਸੰਦ ਕਰਦੇ ਜੀ। ਔਰ ਉਸ ਤੋਂ ਬਾਅਦ ਚਾਹੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਮਿਸਲਾਂ ਹੋਈਆਂ, ਹੋਰ ਹੋਇਆ, ਫਿਰ ਜਿਸ ਤਰ੍ਹਾਂ ਦੱਸਿਆ ਡਾਕਟਰ ਸਾਹਿਬ ਨੇ, ਗਦਰ ਮੂਵਮੈਂਟ ਆਈ, ਅਕਾਲੀ ਮੂਵਮੈਂਟ ਆਈ, ਗੁਰਦੁਆਰਾ ਰਿਫਾਰਮਸ ਆਇਆ, ਸਾਹਿਬ ਭਗਤ ਸਿੰਘ ਦੀਆਂ ਨੌਜਵਾਨ ਸਭਾ, ਖੇਤੀ ਕਿਸਾਨ ਸਭਾ, ਤੇ ਵਰਲਡ ਵਾਈਡ ਇਹਨਾਂ ਨੇ ਇੱਕ ਪੰਜਾਬੀਆਂ ਨੇ ਮੈਸੇਜ ਦੇਤਾ ਕਿ ਪੰਜਾਬ ਇੱਕ, ਔਰ ਪੰਜਾਬੀ ਖਾਸ ਕਰਕੇ ਸਿੱਖੀ ਇੱਕ ਅਜਿਹੀ ਕੌਮ ਹੈ ਜਿਹੜੀ ਕਿਸੇ ਦੀ ਅਧੀਨਗੀ ਨਹੀਂ ਚੱਲ ਸਕਦੀ ਜੀ। ਔਰ ਉਸ ਵੇਲੇ ਜਿਹੜੀ ਸਾਡੀ ਆਬਾਦੀ ਆ ਉਹ ਸਿਰਫ 1.5% ਸੀ, ਹੁਣ ਸ਼ਾਇਦ ਅਸੀਂ 2.5% ਹੈ। ਔਰ ਜਿਹੜੀਆਂ ਸਾਡੀਆਂ ਕੁਰਬਾਨੀਆਂ ਨੇ, ਚਾਹੇ ਸੈਲੂਲਰ ਜੇਲ੍ਹ ਲੈ ਲਓ, ਉੱਥੇ 121 ਦੇ ਵਿੱਚੋਂ 93 ਜਿਹੜੀਆਂ ਫਾਂਸੀਆਂ ਦੇ ਰੱਸੇ ਚੁੰਮੇ ਨੇ ਸਾਡੇ ਪੰਜਾਬੀਆਂ ਨੇ ਚੁੰਮੇ ਨੇ, ਔਰ ਜਿਹੜੀਆਂ 75% ਜਿਹੜੀਆਂ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ, ਮਤਲਬ ਹਰ ਤਰ੍ਹਾਂ ਦੀ ਤੁਸੀਂ ਆਪਾਂ ਸੋਚ ਨਹੀਂ ਸਕਦੇ ਵੀ। ਮੈਂ ਤਾਂ ਇਹ ਕਹਾਂਗਾ ਕਿ ਉਹ ਜਿਹੜੇ ਇਨਸਾਨ ਨਹੀਂ ਸੀ, ਉਹ ਪਤਾ ਨਹੀਂ ਕੀ ਸੀਗੇ, ਦੇਵਤੇ ਸੀਗੇ, ਕਿਸ ਮਿੱਟੀ ਦੇ ਬਣੇ ਸੀ, ਕਿੰਨਾ ਉਹਨਾਂ ਨੂੰ ਪਿਆਰ ਸੀ ਆਪਣੀ ਧਰਤੀ ਦੇ ਨਾਲ, ਔਰ ਕਿੰਨਾ ਉਹਨਾਂ ਨੂੰ ਪਿਆਰ ਸੀ ਆਪਣੀ ਆਜ਼ਾਦੀ ਦੇ ਨਾਲ, ਕਿੰਨਾ ਉਹਨਾਂ ਦੀ ਮੁਹੱਬਤ ਸੀ। ਚਾਹੇ ਉਹ ਉੱਥੇ ਵੈਨਕੂਵਰ ਗਏ, ਉੱਥੋਂ ਵੀ ਵਾਪਸ ਆ ਗਏ, ਫਿਰ ਉਹਨਾਂ ਨੇ ਅਮਰੀਕਾ ਦੇ ਵਿੱਚੋਂ ਆਪਣਾ ਲੜਾਈ ਲੜੀ, ਫਿਰ ਵਾਪਸ ਆ ਕੇ ਫਿਰ ਈਸਟ ਇੰਡੀਆ ਕੰਪਨੀ ਦੇ ਅਗੇਂਸਟ ਲੜਾਈ ਲੜੀ। ਇੱਕ ਉਹਨਾਂ ਨੇ ਮੈਸੇਜ ਦਿੱਤਾ ਸਾਰੇ ਦੇਸ਼ ਦੇ ਵਿੱਚ, ਖਾਸ ਕਰਕੇ ਆਪਣੇ ਖਿੱਤੇ ਦੇ ਵਿੱਚ, ਕਿ ਭਾਈ ਇਕੱਠੇ ਹੋ ਜਾਓ, ਲੜੋ, ਲੜਾਈ ਹੋ। ਔਰ ਚਾਹੇ ਉਹ ਸਾਈਮਨ ਕਮਿਸ਼ਨ ਸੀ, ਚਾਹੇ ਉਹ ਜਲਿਆਂਵਾਲਾ ਬਾਗ ਸੀ, ਤੁਸੀਂ ਆਪਾਂ ਸੋਚ ਨਹੀਂ ਸਕਦੇ ਵੀ ਉਹ। ਮੈਂ ਤਾਂ ਇਹੀ ਕਹਾਂਗਾ ਕਿ ਉਸ ਵੇਲੇ ਜਦੋਂ ਉਹਨਾਂ ਕੋਲੇ ਕੋਈ ਸਰਮਾਇਆ ਨਹੀਂ ਸੀ, ਕੋਈ ਵੱਡੀ ਤਾਕਤ ਨਹੀਂ ਸੀਗੀ, ਸਿਰਫ ਇੱਕੋ ਆਪਣੇ ਆਪ ਨੇ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਵੀ ਜੀ ਆਸ ਲੋੜ ਸਾਨੂੰ ਇਸ ਬੰਦਿਆਂ ਦੀ ਹੈਗੀ ਹੈ, ਤੇ ਆਹ ਤੁਹਾਡੇ ਇਨਾਮ ਨੇ। ਸੋ ਉਹੋ ਜਿਹੇ ਕਮਿਟਡ ਬੰਦੇ ਪਤਾ ਨਹੀਂ ਕਿੱਧਰ ਚਲੇ ਗਏ, ਕਿੱਥੇ ਗਏ ਉਹ ਬੰਦਿਆਂ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ। ਮੈਂ ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾਉਣਾ। ਮੈਨੂੰ ਲੱਗਦਾ ਕਿ ਉਹਨਾਂ ਬੰਦਿਆਂ ਦੀ ਘਾਟ ਸਾਨੂੰ ਹਲੇ ਵੀ ਰੜਕ ਰਹੀ ਹੈ। ਅਸੀਂ ਆਪਣਾ ਮੁਲਕ ਅੰਗਰੇਜ਼ਾਂ ਤੋਂ ਆਜ਼ਾਦ ਕਰਾ ਲਿਆ, ਪਰ ਜੋ ਸਾਡੇ ਹੱਕ ਹਕੂਕ ਸੀਗੇ ਉਹ ਅੱਜ ਤੱਕ ਅਸੀਂ ਲੈ ਨਹੀਂ ਪਾਏ, ਆਪਣੇ ਹੀ ਲੋਕਾਂ ਤੋਂ ਅਸੀਂ ਲੈ ਨਹੀਂ ਪਾਏ। ਉਹ ਜਜ਼ਬਾ, ਉਹ ਸੰਘਰਸ਼ ਕਿੱਥੇ ਹੈ, ਉਹ ਗਵਾਚਿਆ ਗਿਆ। ਮੈਂ ਇੱਕ ਮਿੰਟ ਚੰਨੀ ਸਾਹਿਬ ਵਾਪਸ ਆਣਾ। ਰਵਿੰਦਰ ਨਾਰਾਇਣ ਜੀ, ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ, ਤੁਸੀਂ ਪੂਰੀ ਦੁਨੀਆ ਘੁੰਮਦੇ ਹੋ, ਬੜੀਆਂ ਥਾਵਾਂ ਤੁਸੀਂ ਗਏ ਹੋ, ਕਦੇ ਕੋਈ ਤੁਸੀਂ ਐਸੀ ਕੋਈ ਥਾਂ ਦੇਖੀ ਹੈ ਜਿੱਥੇ ਕਿਸੇ ਸਟੇਟ ਨੇ ਕੋਈ ਚੀਜ਼ ਖੜੀ ਕੀਤੀ ਹੋਵੇ, ਉਸ ਤੋਂ ਵਾਪਸ ਲਈ ਗਈ ਹੋਵੇ? ਪੰਜਾਬ ਦੇ ਵਿੱਚ PGI ਬਣਿਆ, ਭਾਖੜਾ ਨੰਗਲ ਡੈਮ ਬਣਿਆ, ਚੰਡੀਗੜ੍ਹ ਬਣਿਆ, ਕਦੇ ਕਿਸੇ ਸਟੇਟ ਲਈ ਕੋਈ ਚੀਜ਼ ਬਣੀ ਹੋਵੇ ਤੇ ਸੈਂਟਰ ਨੇ ਉਹ ਵਾਪਸ ਲੈ ਲਈ ਹੋਵੇ? ਤੁਸੀਂ ਪੂਰੀ ਦੁਨੀਆ ਘੁੰਮੀ ਹੈ, ਕੋਈ ਉਦਾਹਰਨ ਐਵੇਂ ਦੀ ਮਿਲਦੀ ਹੈ ਤੁਹਾਨੂੰ? ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲਣਾ, ਨਾ ਕੋਈ ਇੱਦਾਂ ਦਾ ਉਦਾਹਰਣ ਮਿਲਣਾ ਕਿ ਕਿਸੇ ਸਟੇਟ ਦਾ ਪਾਣੀ ਬਗੈਰ ਮੁੱਲ ਦਿੱਤੇ ਦੂਜੇ ਸਾਰੇ ਵਰਤ ਰਹੇ। ਦੂਜੀ ਗੱਲ ਇਹ ਹੈ, ਇਹਦੇ ਪਿੱਛੇ ਜਾ ਕੇ ਦੇਖਣਾ ਪੈਣਾ ਕਿ ਇਹ ਰੀਜ਼ਨ ਕੀ ਹੈ, ਤੇ ਇਹ ਰੀਜ਼ਨ ਉਦੋਂ ਕੀ ਸੀ ਤੇ ਹੁਣ ਕੀ ਹੈ। ਅੰਗਰੇਜ਼ਾਂ ਨੇ ਸਿਖਾਈ ਸਿਆਸਤ, ਤੇ ਸਿਆਸਤ ਕੀ ਸੀ ਕਿ ਜਿਹੜੇ ਖਿੱਤੇ ਤੇ ਰਾਜ ਕਰਨਾ ਹੈ, ਉਹਦੇ ਖਿੱਤੇ ਦੇ ਲੋਕਾਂ ਦੇ ਵਿੱਚ, ਉਹਨਾਂ ਦੇ ਮਨਾਂ ਵਿੱਚ, ਰੂਹਾਂ ਦੇ ਵਿੱਚ ਹੀਨ ਭਾਵਨਾ ਭਰ ਦਿਓ, ਉਹਨਾਂ ਦਾ ਪ੍ਰਾਈਡ ਖਤਮ ਕਰ ਦਿਓ, ਉਹਨਾਂ ਨੂੰ ਲੱਗੇ ਕਿ ਆਪਾਂ ਤਾਂ ਕਿਸੇ ਜੋਗੇ ਨਹੀਂ। ਅੰਗਰੇਜ਼ਾਂ ਨੇ ਇਹੀ ਕੀਤਾ, ਕੁਚਲ ਕੇ ਰੱਖਿਆ, ਕੋਈ ਹੱਕ ਨਹੀਂ ਦਿੱਤਾ। ਜਦੋਂ ਕੋਈ ਹੱਕ ਮੰਗਣ ਉੱਠਦਾ ਸੀ ਉਹਨੂੰ ਪੂਰੀ ਤਰ੍ਹਾਂ ਦਰੜ ਦਿੰਦੇ ਸੀ। ਬਾਅਦ ਵਿੱਚ ਕੀ ਹੋਇਆ? ਬਾਅਦ ਵਿੱਚ ਵੀ ਹੋਇਆ, ਤੁਸੀਂ ਬਣਾਓ ਮੁਲਕ, ਬਣਾਈ ਚੱਲੋ, ਸਾਰਾ ਕੁਝ ਖੋਹ ਲਾਂਗੇ ਆਪਾਂ, ਤੁਹਾਨੂੰ ਨਹੀਂ ਜੀਣ ਦੇਣਾ, ਤੁਹਾਨੂੰ ਨਹੀਂ ਹੱਕ ਦੇਣੇ। ਕਿਉਂਕਿ ਜੇ ਤੁਹਾਨੂੰ ਹੱਕ ਮਿਲ ਗਏ, ਤੁਸੀਂ ਸਾਰਿਆਂ ਦੇ ਹੱਕਾਂ ਦੀ ਗੱਲ ਕਰੋਗੇ, ਫਿਰ ਉਹੀ ਗੱਲ ਸਰਬੱਤ ਦੇ ਭਲੇ ਦੀ ਗੱਲ ਕਰੋਗੇ। ਇਸ ਕਰਕੇ ਬਹੁਤ ਵੱਡੀ ਕਨਸਪੀਰੇਸੀ ਰਹੀ ਹੈ ਪੰਜਾਬ ਖਿਲਾਫ। ਉਸ ਵੇਲੇ ਦੀ ਸਰਕਾਰਾਂ ਨੇ ਇਹ ਪੈਟਰਨ ਤੁਸੀਂ ਵੇਖੋਗੇ, ਉਹਨਾਂ ਨੇ ਸੇਮ ਉਹੀ ਪੈਟਰਨ ਬਣਾਇਆ ਜੋ ਅੰਗਰੇਜ਼ਾਂ ਦਾ। ਅੱਜ ਵੀ ਉਹੀ ਪੈਟਰਨ ਚੱਲ ਰਿਹਾ। ਸੈਂਟਰ ਵਿੱਚ ਕੋਈ ਵੀ ਸਰਕਾਰ ਆਏ, ਉਹ ਕਦੇ ਨਹੀਂ ਖਤਰਾ ਲੈਂਦੀ ਕਿ ਪੰਜਾਬੀਆਂ ਨੂੰ ਉਹਨਾਂ ਦਾ ਹੱਕ ਮਿਲ ਜਾਵੇ। ਅੱਜ ਵੀ ਤੁਸੀਂ ਸ਼ੁਰੂ ਤੋਂ ਦੇਖੋ, ਕਦੇ ਸਿੱਖਾਂ ਦੇ ਉੱਤੇ ਜੋਕ ਬਣਾ ਦਿਓ ਜੀ, ਇਹਨਾਂ ਦੇ 12 ਵੱਜ ਗਏ, ਕਦੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਦਿਖਾਓ ਕੋਈ ਸਾਈਡ ਕੀ ਹੀਰੋ ਜਾਂ ਬੇਵਕੂਫ ਜਿਹਾ ਬੰਦਾ ਹੈ, ਉਹ ਦਿਖਾ ਦਿਓ ਪੰਜਾਬੀ ਹੈ। ਫਿਰ ਕਦੇ ਉਹਨਾਂ ਨੂੰ ਕਹਿ ਦਿਓ ਜੀ ਅੱਤਵਾਦੀ ਹੈ,
ਅਤਵਾਦ ਲਿਆਓ ਵੀ ਤੁਸੀਂ, ਕਰਾਓ ਵੀ ਤੁਸੀਂ, ਹਥਿਆਰ ਵੀ ਤੁਸੀਂ ਦਿਓ, ਉਹਦੇ ਵੱਲ ਮਾਰੋ ਵੀ ਤੁਸੀਂ, ਤੇ ਤੁਸੀਂ ਬਦਨਾਮ ਵੀ ਕਰੋ ਕੌਮ ਨੂੰ ਕਿ ਇਹ ਕੌਮ ਅੱਤਵਾਦੀਆਂ ਦੀ ਹੈ। ਜਦ ਉਸ ਤੋਂ ਵੀ ਨਿਕਲ ਆਉਂਦੀ ਹੈ, ਫਿਰ ਤਰੱਕੀ ਤੇ ਲੱਗ ਜਾਂਦੀ ਹੈ, ਫਿਰ ਤੁਸੀਂ ਕਹਿ ਦੋ ਇਹ ਤਾਂ ਨਸ਼ੇੜੀ ਹੈ ਜੀ ਸਾਰੇ, ਇਹਦੇ ਤੇ ਕੰਮ ਨਹੀਂ ਕਰ ਸਕਦੇ। ਕਿਉਂ? ਜੇ ਨਸ਼ੇੜੀ ਨਾ ਕਹਿੰਦੇ, ਕਿਉਂ ਕਿਹਾ ਉਹਨਾਂ ਨੇ ਨਸ਼ੇੜੀ? ਕੋਈ ਇੱਥੇ ਆ ਕੇ ਫੈਕਟਰੀਆਂ ਨਾ ਲਵੇ, ਇੱਥੇ ਦੇ ਲੋਕਾਂ ਨੂੰ ਕੰਮ ਨਾ ਦੇ ਦੇਵੇ, ਇੱਥੇ ਦੇ ਲੋਕਾਂ ਦਾ ਸਿਰ ਉੱਚਾ ਨਾ ਹੋ ਜਾਵੇ। ਜੇ ਫੇਰ ਹੋ ਗਿਆ ਇਹ, ਫੇਰ ਇਹ ਤੋਂ ਨਿਕਲ ਆਏ। 8-10 ਸਾਲ ਕੋਈ ਸਰਕਾਰਾਂ ਚਲੀਆਂ, ਡਿਵੈਲਪਮੈਂਟ ਸ਼ੁਰੂ ਹੋ ਗਈ, ਫਲਾਣਾ ਸ਼ੁਰੂ ਹੋਇਆ, ਕੰਮ ਚਾਲੂ ਹੋ ਗਏ, ਹੁਣ ਕੀ ਕਰੀਏ? ਦੁਬਾਰਾ ਪ੍ਰਾਈਡ ਤੇ ਅਟੈਕ ਕਰੋ ਇਹਨਾਂ ਦੇ। ਅਤੇ ਇਹ ਤੁਸੀਂ ਦੇਖੋ ਬਾਰ-ਬਾਰ ਇਹ ਬਰਗਾੜੀ, ਤੁਸੀਂ ਆਪਾਂ ਕਹਿੰਦੇ ਆ ਫਲਾਣੇ ਨੇ ਕਰਾਇਆ, ਇਹਨੇ ਕਰਾਇਆ, ਉਹਨੇ ਕਰਾਇਆ, ਨਹੀਂ, ਇਹਦੇ ਪਿੱਛੇ ਸਾਜ਼ਿਸ਼ਾਂ ਨੇ। ਸਾਜ਼ਿਸ਼ਾਂ ਉਹਨਾਂ ਦੀਆਂ ਨੇ ਜਿਨ੍ਹਾਂ ਦੇ ਤਾਰ ਇਸ ਦੇਸ਼ ਤੋਂ ਬਾਹਰ ਵੀ ਨੇ ਜੀ, ਤੇ ਇਸ ਦੇਸ਼ ਦੇ ਵਿੱਚ ਵੀ ਨੇ, ਤੇ ਦੇਸ਼ ਦੀ ਸਰਕਾਰਾਂ ਵੀ ਮੈਂ ਤਾਂ ਕਹਿੰਦਾ ਵਿੱਚ ਹੀ ਰਲੀਆਂ ਹੋਈਆਂ ਨੇ। ਇਹ ਜਦੋਂ ਵੀ ਕਦੇ ਤੁਸੀਂ ਦੇਖੋ ਧਰਮ ਤੇ ਅਟੈਕ ਹੁੰਦਾ ਕਿਸੇ ਦੇ ਵੀ, ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਭਾਵਨਾਵਾਂ ਭੜਕਾਉਣਾ ਚਾਹੁੰਦੇ ਹੋ। ਮੁਲਕ ਜਾਂ ਉਹ ਖਿੱਤਾ ਜਿਹੜਾ ਹੈ ਉਹ ਇਲੈਕਸ਼ਨ ਵੱਲ ਜਾ ਰਿਹਾ ਹੋਵੇ, ਕੋਈ ਡਿਸਾਈਸਿਵ ਬੈਟਲ ਲੜ ਰਿਹਾ ਹੋਵੇ, ਤੁਸੀਂ ਲੜੋ SYL ਦੀ ਲੜਾਈ, ਫੇਰ ਦੇਖਣਾ ਤੁਹਾਨੂੰ ਉੱਥੋਂ ਭਟਕਾਉਣਗੇ, ਗੁਰੂ ਗ੍ਰੰਥ ਸਾਹਿਬ ਵੱਲ ਤੋੜ ਦੇਣਗੇ, ਕਿਤੇ ਹੋਰ ਭਟਕਾਉਣਗੇ ਕਿ ਮਸਜਿਦ ਵੱਲ ਤੋੜ ਦੇਣਗੇ। ਇਹ ਪੈਟਰਨ ਹੈ ਸਿਆਸਤਦਾਨਾਂ ਦਾ, ਖਿੱਤੇ ਦੇ ਵਿੱਚ ਪ੍ਰਾਈਡ ਨਹੀਂ ਰਹਿਣ ਦੇਣਾ। ਇਹ ਪੰਜਾਬੀਆਂ ਨੂੰ ਸਮਝਣਾ ਪੈਣਾ ਕਿ ਜਦੋਂ ਤੱਕ ਆਪਾਂ ਇਹ ਅੰਗਰੇਜ਼ਾਂ ਨੂੰ ਹਟਾ ਲਓ, ਫਲਾਣੇ ਨੂੰ ਹਟਾ ਲਓ, ਤੇ ਫਿਰ ਦਿੱਲੀ ਵਾਲਿਆਂ ਨੂੰ ਬਿਠਾ ਲਓ। ਗੱਲ ਤਾਂ ਉਹੀ ਹੈ, ਖਿੱਤੇ ਦੇ ਲੋਕ ਆਪਣੀ ਪਾਰਟੀ, ਆਪਣੇ ਲੋਕਾਂ ਨਾਲ ਆਪਣੀ ਸਰਕਾਰ ਤਾਂ ਚਲਾ ਨਹੀਂ ਸਕਦੇ। ਜੀ ਜੀ ਜੀ, ਬਿਲਕੁਲ। ਅੱਛਾ, ਜਦੋਂ ਤੱਕ ਪੰਜਾਬੀ ਇਕੱਠੇ ਨਹੀਂ ਹੁੰਦੇ, ਇਹ ਡਿਵਾਈਡਡ ਰਹਿੰਦੇ ਆ। ਸਿੱਖ ਇਕੱਠੇ ਨਹੀਂ ਹੁੰਦੇ, ਇਕੱਠੇ ਰਹਿਣ, ਇਹ ਪੂਰੇ ਦੇਸ਼ ਦੇ ਉੱਤੇ ਸਰਬੱਤ ਦੇ ਭਲੇ ਦਾ ਨਿਸ਼ਾਨ ਸਾਹਿਬ ਦਾ ਰਾਜ ਹੋ ਸਕਦਾ ਹੈ। ਆਪਾਂ ਨੂੰ ਕੀ ਲੋੜ ਹੈ? ਕਿਹਨੇ ਸਿਖਾਇਆ ਸਿੱਖਾਂ ਨੂੰ ਕਿ ਜਾਓ ਆਪਣੀ ਖਾਲਿਸਤਾਨ ਮੰਗੋ ਜਾਂ ਫਲਾਣਾ ਮੰਗੋ? ਇਹ ਦੇਸ਼ ਤੁਹਾਡਾ ਨਹੀਂ। ਸਾਡੇ ਗੁਰੂ ਨੇ ਇਸ ਦੇਸ਼ ਲਈ ਕੁਰਬਾਨੀ ਦਿੱਤੀ, ਸਾਡੇ ਬਜ਼ੁਰਗਾਂ ਨੇ ਬੰਦ ਕਟਾਏ ਆਪਣੇ ਇਸ ਦੇਸ਼ ਲਈ, ਲੋਕਾਂ ਲਈ, ਦੂਜਿਆਂ ਲਈ, ਤੇ ਆਪਾਂ ਨੂੰ ਕਹਿ ਦੋ ਕਿ ਤੁਹਾਡੀ ਇੱਥੇ ਥਾਂ ਨਹੀਂ। ਇਹ ਗਲਤ, ਇਹ ਬਿਲਕੁਲ ਦਿਮਾਗ ਵਿੱਚ ਗਲਤ ਗੱਲ ਪਾਈ ਗਈ ਹੈ ਤੇ ਗਲਤ ਪਾਸੇ ਲਾਤਾ ਗਿਆ ਯੂਥ। ਪਰ ਤੁਹਾਨੂੰ ਨਹੀਂ ਲੱਗਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਕਿ ਅਸੀਂ ਆਪਣਾ ਮੁਲਕ ਨਹੀਂ ਛੱਡਣਾ ਹੁਣ ਤੱਕ, ਜੀ ਆਪਣਾ ਮੁਲਕ ਨਹੀਂ ਛੱਡਣਾ, ਪਰਵਿੰਦਰ ਨਾਰਾਇਣ ਜੀ, ਵੱਡੀ ਗਿਣਤੀ ਦੇ ਵਿੱਚ ਅੱਜ ਹਿਜਰਤ ਕਰਕੇ ਲੋਕ ਬਾਹਰ ਜਾ ਰਹੇ ਨੇ, ਰੋਜ਼ੀ ਰੋਟੀ ਦੇ ਵਸੀਲੇ ਹੋਣ ਜਾਂ ਆਪਣੇ ਆਪ ਨੂੰ ਅਸੀਂ ਅਨਸੇਫ ਮੰਨਦੇ ਹੋਈਏ, ਕਿਉਂਕਿ ਉਹਨਾਂ ਨੂੰ ਤੁਸੀਂ ਬੇਇੱਜ਼ਤ ਕਰਦੇ ਹੋ। ਉਹਨਾਂ ਨੂੰ ਕਹਿੰਦੇ ਹੋ ਤੁਹਾਡਾ ਇੱਥੇ ਤੁਹਾਡੀ ਰੋਜ਼ੀ ਰੋਟੀ ਨਹੀਂ, ਇੱਥੇ ਤੁਹਾਡਾ ਕਿੱਤਾ ਨਹੀਂ, ਤੁਸੀਂ ਉਹਨਾਂ ਨੂੰ ਪਜਾਉਂਦੇ ਹੋ। ਤੁਸੀਂ ਦੇਖੋ ਆਦੀਵਾਸੀਆਂ ਨਾਲ ਆਪਾਂ ਕੀ ਕਰਦੇ ਹਾਂ, ਡਿਵੈਲਪਮੈਂਟ ਆ ਰਹੀ ਹੈ, ਇਹ ਫਲਾਣੇ ਪਿੰਡ ਦੇ ਵਿੱਚ ਡਿਵੈਲਪਮੈਂਟ ਆ ਰਹੀ ਹੈ ਜੀ, ਐਕਵਾਇਰ ਕਰ ਲਓ, ਤੁਸੀਂ ਉਜੜੋ ਜੀ, ਇੱਥੋਂ ਭੱਜੋ, ਇੱਥੋਂ ਡੈਮ ਬਣੂਗਾ, ਫਲਾਣਾ ਬਣੂਗਾ। ਕਿਹਦੀ? ਜਿਹੜੇ ਉੱਤੇ ਦੇ ਲੋਕ ਹੈ। ਹੁਣ ਹਿੰਦੁਸਤਾਨ ਸੀ, ਅੰਗਰੇਜ਼ ਕਿਉਂ ਰਾਜ ਕਰਦੇ ਸੀ? ਇਹਨਾਂ ਨੂੰ ਤਾਂ ਆਂਦਾ ਨਹੀਂ ਜੀ, ਆਪਾਂ ਡਿਵੈਲਪਮੈਂਟ ਲਿਆਵਾਂਗੇ, ਰੇਲਵੇ ਲਿਆਵਾਂਗੇ, ਫਲਾਣਾ ਲਿਆਵਾਂਗੇ, ਇਹ ਤੇ ਸਪੇਰੇ ਹੈ, ਅਨਪੜ੍ਹ ਹੈ, ਗਵਾਰ ਹੈ, ਤੇ ਰਾਜ ਕਰਾਂਗੇ ਆਪਾਂ। ਇਹ ਇਹਨਾਂ ਦਾ ਭਲਾ ਕਰ ਰਹੇ ਆਪਾਂ। ਜਿਹੜੇ ਲੋਕ ਰਹਿੰਦੇ ਉਹਨਾਂ ਨੂੰ, ਪੰਜਾਬੀਆਂ ਨੂੰ ਆਪਣਾ ਭਲਾ ਪਤਾ ਹੈ, ਉਹ ਕਰ ਸਕਦੇ ਆਪਣਾ। ਤੁਸੀਂ ਕਿਉਂ ਉਹਨਾਂ ਨੂੰ ਕਹਿੰਦੇ ਹੋ ਵੀ ਤੁਸੀਂ ਇਹ ਕਿਸੇ ਜੋਗੇ ਨਹੀਂ, ਇਹ ਨਸ਼ੇੜੀ ਨੇ, ਫਲਾਣੇ ਨੇ? ਦੁਨੀਆ 'ਚ ਜਾ ਕੇ ਪੰਜਾਬੀ ਦੁਨੀਆ ਚਲਾ ਰਹੇ, ਰਾਜ ਕਰ ਰਹੇ। ਅੱਜ ਤੁਸੀਂ ਮਿਡਲ ਈਸਟ ਚਲੇ ਜਾਓ, ਕੈਨੇਡਾ ਚਲੇ ਜਾਓ, 19 ਪੰਜਾਬੀ MP ਹੈ। ਉਹ ਨਸ਼ੇੜੀਆਂ ਦੀ ਔਲਾਦ ਹੈ, ਫਿਰ ਉਹ ਅੱਤਵਾਦੀਆਂ ਦੀ ਔਲਾਦ ਹੈ। ਕੀ ਆਪਾਂ ਕਹਿਣਾ ਚਾਹੁੰਦੇ? ਉਹ ਸਾਰੇ ਪੰਜਾਬੀ ਜੋ ਦੁਨੀਆ ਚਲਾ ਰਹੇ ਹੈ ਇਸ ਵੇਲੇ, ਨਾਸਾ ਦੇ ਵਿੱਚ ਕੰਮ ਕਰ ਰਹੇ ਹੈ, ਬੜੇ ਬੜੇ ਸਾਇੰਸਦਾਨ ਹੈ, ਬੜੇ ਬੜੇ ਪੋਲੀਟੀਸ਼ੀਅਨ ਨੇ, ਦੁਨੀਆ ਚਲਾ ਰਹੇ, ਇਕਨੋਮਿਸਟ ਨੇ, ਐਜੂਕੇਸ਼ਨਿਸਟ ਨੇ, ਡਾਕਟਰ ਜਸਪਾਲ ਬੈਠੇ, ਇਹ ਦੁਨੀਆ 'ਚ ਕਿਸੇ ਦਾ ਕੰਮ ਹੈ ਜੀ। ਪਰ ਜਿੱਥੇ ਪੰਜਾਬੀ ਦੀ ਗੱਲ ਆਏਗੀ, ਇਹ ਕਨਸਪੀਰੇਸੀ ਰਹਿੰਦੀ ਅੱਗੇ ਨਹੀਂ ਤੋੜ ਬਿਲਕੁਲ। ਉਹਨਾਂ ਨੂੰ ਹੀਨ ਭਾਵਨਾ 'ਚ ਰਹਿਣ ਦਿਓ। ਸਾਡੇ ਮੁਲਕ ਤੋਂ ਵੱਧ ਪੰਜਾਬੀ ਕਿਸੇ ਹੋਰ ਮੁਲਕ ਦੇ ਵਿੱਚ ਕੈਬਨਿਟ ਦਾ ਮੰਤਰੀ, ਉਹ ਚਾਹੁੰਦਾ ਸੀ ਗਰੀਬੀ ਤੋਂ, ਸ਼ੋਸ਼ਣ ਤੋਂ ਆਜ਼ਾਦੀ। ਵਾਲੀਆ ਸਾਹਿਬ, ਮੈਂ ਇੱਕ ਗੱਲ ਸਮਝਣਾ ਚਾਹੁੰਦਾ, ਜਿਹੜੀ ਗੱਲ ਰਵਿੰਦਰ ਜੀ ਨੇ ਵੀ ਕਹੀ ਹੈ ਕਿ ਉਹ ਪ੍ਰਾਈਡ, ਉਹ ਸੰਘਰਸ਼, ਜਿਹੜੀ ਗੱਲ ਆਪਾਂ ਸਾਰੇ ਅੱਜ ਕਰ ਰਹੇ ਹਾਂ ਕਿ ਉਸ ਵੇਲੇ ਕਿੰਨਾ ਜਜ਼ਬਾ ਸੀਗਾ, ਹਾਈ ਸਪਿਰਿਟ ਸੀਗੀ। ਅੱਜ ਦਾ ਮਸਲਾ ਸਿਰਫ ਰੋਜ਼ੀ ਰੋਟੀ ਤੱਕ ਹੀ ਨਿਬੜ ਕੇ ਰਹਿ ਗਿਆ। ਅਗਲਾ ਕਹਿੰਦਾ ਮੈਂ ਕੀ ਲੈਣਾ ਫਲਾਣੇ ਤੋਂ, ਮੈਂ ਕੀ ਲੈਣਾ ਢਿਮਕੇ ਤੋਂ, ਮੈਨੂੰ 2 ਵਕਤ ਦੀ ਰੋਜ਼ੀ ਰੋਟੀ ਮਿਲ ਜੇ, ਮੇਰੀ ਦੁਕਾਨ ਵਧੀਆ ਚੱਲ ਜੇ, ਮੇਰਾ ਕਾਰੋਬਾਰ ਵਧੀਆ ਚੱਲ ਜੇ। ਪਰ ਜੋ ਸੂਬੇ ਦੇ ਹੱਕ ਹਕੂਕ ਨੇ, ਹਿੱਤ ਨੇ, ਉਹਨਾਂ ਬਾਰੇ ਅੱਜ ਕੱਲ੍ਹ ਕੋਈ ਘੱਟ ਹੀ ਸੋਚਦਾ। ਇਹਦੇ ਪਿੱਛੇ ਤੁਹਾਨੂੰ ਕਾਰਨ ਕੀ ਨਜ਼ਰ ਆਉਂਦਾ? ਦੇਖੋ, ਜਿਹੜੇ ਕਾਰਨ ਤੋਂ ਪਹਿਲਾਂ ਮੈਂ ਥੋੜਾ ਇੰਨਾ ਹੋਰ ਪਿੱਛੇ ਲੈ ਕੇ ਜਾਣਾ, ਜਿਵੇਂ ਡਾਕਟਰ ਜਸਪਾਲ ਸਿੰਘ ਜੀ ਨੇ, ਰਵਿੰਦਰਨ ਜੀ ਨੇ, ਚੰਨੀ ਸਾਹਿਬ ਨੇ ਵਿਆਖਿਆ ਕਾਫੀ ਕੀਤੀ ਹੈ ਇਹਦੇ ਬਾਰੇ। ਜਿਹੜਾ ਪੰਜਾਬੀਆਂ ਦਾ ਸੰਘਰਸ਼ ਸੀਗਾ ਵੀ ਇਹ 5 ਸਦੀਆਂ ਪੁਰਾਣਾ ਸੰਘਰਸ਼ ਹੈਗਾ। ਜਿਹੜੇ ਅਣਖ ਖਾਤਰ ਜਿਹੜੇ ਨੇ ਉਹ ਲੜੇ ਨੇ। ਜਿਹੜੇ ਬਾਬਾ ਨਾਨਕ ਆ, ਦੇਖੋ 1521 ਦੇ ਵਿੱਚ, ਹੁਣ ਅਗਲੇ ਸਾਲ 5ਵੀਂ ਸ਼ਤਾਬਦੀ ਹੋਣੀ ਆ, ਉਹ ਸੈਮਨਾਬਾਦ ਅਟੈਕ ਦੀ, ਜਿਹੜਾ ਬਾਬਰ ਨੇ
ਅਟੈਕ ਕੀਤਾ ਸੀਗਾ ਜੀ, ਜੀ। ਤੇ ਬਾਬਾ ਨਾਨਕ ਜਿਹੜਾ ਉਹ ਆਪਣੇ ਕਲਮ ਨੂੰ ਦੂਸਰੇ ਬੰਨੇ ਬਾਬਰ ਦੀ ਤਲਵਾਰ ਹੈਗੀ ਆ ਉਹਦੇ ਨਾਲ ਜਿਹੜਾ ਕਲਮ ਨੂੰ ਕਟਾਰ ਵਾਂਗੂ ਚਲਾ ਰਹੇ ਨੇ ਬਾਬਾ ਨਾਨਕ। ਔਰ ਉਹਦੇ ਵਿੱਚ ਪਹਿਲੀ ਵਾਰੀ ਦੇਖੋ ਹਿੰਦੁਸਤਾਨ ਦਾ ਉਹਨਾਂ ਨੇ ਨਾਮ ਲਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਦੇਖੋ ਕਿੰਨੀ ਵੱਡੀ ਗੱਲ ਹੈ। ਔਰ ਉਹਦੇ ਵਿੱਚ ਉਹ ਰੱਬ ਨੂੰ ਵੀ ਲਾਂਭਾ ਦੇ ਰਹੇ ਨੇ ਵੀ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ। ਔਰ ਉਹ ਜਿਹੜਾ ਬਿਆਨ ਕੀਤਾ ਐਮਨਾਬਾਦ ਦੇ ਵਿੱਚ ਜਿਹੜਾ ਖੂਨ ਖਰਾਬਾ ਹੋਇਆ ਸੀਗਾ, ਉਹ ਅਣਖ ਖਾਤਰ ਗੁਰੂ ਨਾਨਕ ਦੇਵ ਜਿਹੜੇ ਦਰਵੇਸ਼ ਨੇ ਉਹਨਾਂ ਨੇ ਜਦੋਂ ਉਹ ਲਿਖ ਰਹੇ ਨੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਸਿਰ ਤਰ ਤਲੀ ਗਲੀ ਮੇਰੀ ਆਓ। ਔਰ ਦੂਸਰੇ ਬੰਨੇ ਉਹ ਕਾਂਸ਼ੀ ਜਾ ਕੇ ਕਬੀਰ ਸਾਹਿਬ ਦੀ ਬਾਣੀ ਲੈ ਕੇ ਆ ਰਹੇ ਨੇ ਜਿਹਦੇ ਵਿੱਚ ਲਿਖਿਆ ਵੀ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਦੀਨ ਕੇ ਹੇਤ ਵਾਲੀ ਗੱਲ ਹੈਗੀ ਆ। ਔਰ ਦੇਖੋ ਇਹ ਜਿਹੜੀ ਲਹਿਰ ਹੈਗੀ ਆ, ਸਭ ਤੋਂ ਪਹਿਲੀ ਲਹਿਰ ਤਾਂ ਸਾਡੀ ਉਹ ਚੱਲੀ ਆ ਜਿਹੜੀ ਪੰਜਾਬੀਆਂ ਦੇ ਅਣਖ ਖਾਤਰ ਚੱਲੀ ਆ, ਜਿਹੜੇ ਕਿ ਜਰਵਾਣੇ ਸਾਡੇ ਆਏ ਨੇ। ਫਿਰ ਜਦੋਂ ਜਿਹੜਾ ਹੈਗਾ 1799 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਸ਼ਾਹੀ ਕਿਲਾ ਲਾਹੌਰ ਦਾ ਉਹਦੇ ਬਾਹਰ ਖੜ ਕੇ ਉਹ ਕਹਿ ਰਿਹਾ ਵੀ ਮੈਂ ਚੜ੍ਹ ਸਿੰਘ ਦਾ ਪੋਤਰਾ, ਉਹ ਸ਼ਾਹ ਜਮਾਨ ਨੂੰ ਕਹਿ ਰਹੇ ਨੇ। ਜਮਾਨ ਸ਼ਾਹ ਜਿਹੜਾ ਵਾ ਅਫਗਾਨਿਸਤਾਨ ਦਾ ਬਾਦਸ਼ਾਹ ਵਾ, ਉਹ ਅਬਦਾਲੀ ਦਾ ਪੋਤਰਾ ਹੈ। ਔਰ ਉਹਨੂੰ ਕਿਲੇ ਦੇ ਬਾਹਰ ਕਹਿ ਰਿਹਾ ਵੀ ਮੈਂ ਚੜ੍ਹ ਸਿੰਘ ਦਾ ਪੋਤਰਾ, ਅਬਦਾਲੀ ਦਾ ਪੋਤਰਾ ਬਾਹਰ ਆ ਔਰ ਮੇਰੇ ਨਾਲ ਕਹਿੰਦਾ ਤਲਵਾਰ ਨਾਲ ਤਲਵਾਰ ਜਿਹੜੀ ਲੜਾ। ਇਹ ਜਿਹੜੀ ਹੈਗੀ ਆ ਪੰਜਾਬੀਆਂ ਨੇ ਜਿਹੜੀਆਂ ਲੜਾਈਆਂ ਲੜੀਆਂ ਨੇ, ਇਹ ਅੱਜ ਦੀਆਂ ਨਹੀਂ ਹੈਗੀਆਂ, ਬੜੇ ਦੇਰ ਤੋਂ ਜਿਹੜੇ ਪੰਜਾਬੀ ਔਰ ਜਿਹੜੇ ਖਾਸ ਤੌਰ ਤੇ ਸਿੱਖ ਉਹ ਲੜਦੇ ਆ ਰਹੇ ਨੇ ਔਰ ਦੇਸ਼ ਔਰ ਕੌਮ ਦੀ ਖਾਤਰ ਉਹ ਲੜੇ ਔਰ ਮਰੇ ਨੇ ਔਰ ਉਹਦੇ ਵਾਸਤੇ ਸ਼ਹਾਦਤਾਂ ਪਾਈਆਂ ਨੇ। ਔਰ ਇਹਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਜਿਹੜੀ ਪਰਿਭਾਸ਼ਾ ਬਦਲ ਦੇਣੀ। ਜਿਹੜਾ ਤਲਵਾਰ ਸੀਗੀ, ਤਲਵਾਰ ਦਾ ਜਦੋਂ ਕਿਰਪਾਨ ਆਈ, ਕਿਰਪਾਨ 10ਵੇਂ ਜਾਮੇ ਚ ਆਈ ਆ ਗੁਰੂ ਨਾਨਕ ਦੇ, ਜਿਹਦੇ ਵਿੱਚ ਆ ਵੀ ਜਿਹੜੀ ਕਿਰਪਾਨ ਆ ਜ਼ਾਲਮ ਦਾ ਸਿਰ ਕਲਮ ਕਰਦੀ ਆ ਤੇ ਉਹ ਕਿਰਪਾ ਕਰਦੀ ਆ, ਉਹਨੇ ਪਾਪ ਜਿਹੜਾ ਖਤਮ ਕੀਤਾ ਹੈਗਾ। ਉਹ ਜਿਹੜੀ ਹੈਗੀ ਆ ਪਹਿਲੇ ਜਿਹੜੇ ਕਿ ਗੁਰੂ ਨਾਨਕ ਦੇਵ ਤੋਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਉਹ ਸਾਡਾ ਪਹਿਲਾ ਕਕਾਰ ਸੀ, ਉਹਦਾ ਚੱਲਦਾ ਆ ਰਿਹਾ ਔਰ ਉਹ ਦੇਸ਼ ਔਰ ਕੌਮ ਦੀ ਖਾਤਰ ਜਿਹੜਾ ਵਾ ਉਹ ਜਿਹੜਾ ਚੱਲਦਾ ਆ ਰਿਹਾ ਲਗਾਤਾਰ ਉਹ ਚੱਲਿਆ ਹੈਗਾ। ਔਰ ਉਹਦੇ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ, ਉਹ ਜਿਹੜੇ ਨੀਹਾਂ ਦੇ ਵਿੱਚ ਚਿਣੇ ਗਏ ਔਰ ਜਿਹੜੇ ਦੇਸ਼ ਔਰ ਕੌਮ ਦੀ ਜਿਹੜੀਆਂ ਨੀਹਾਂ ਜਿਹੜੀਆਂ ਉਹਨਾਂ ਨੇ ਪੱਕੀਆਂ ਕੀਤੀਆਂ ਹੈਗੀਆਂ। ਔਰ ਇਹ ਜਿਹੜੀ ਕੁਰਬਾਨੀ ਸੀ, ਇਹ ਜਜ਼ਬਾ ਸੀਗਾ। ਹੁਣ ਉਹਦੀ ਗੱਲ ਕਰ ਲਿਆ ਵੀ ਜਦੋਂ ਦੇਸ਼ ਆਜ਼ਾਦ ਹੋ ਰਿਹਾ ਉਸ ਤੋਂ ਬਾਅਦ ਜਿਹੜਾ ਹੈ ਕਿ ਕੀ ਗੱਲ ਹੋ ਗਈ, ਕਿਉਂ ਇੰਨੀਆਂ ਗਲਤਫਹਿਮੀਆਂ ਹੋ ਗਈਆਂ। ਮਾਸਟਰ ਜਿਹੜਾ ਤਾਰਾ ਸਿੰਘ ਹੋਣੀ ਆ, ਜਦੋਂ ਪਾਕਿਸਤਾਨ ਦਾ ਝੰਡਾ ਜਿਹੜਾ ਵਾ ਆਪਣੀ ਕਿਰਪਾਨ ਕੱਢ ਕੇ ਫਾੜਦੇ ਨੇ, ਉਹਨਾਂ ਸਾਰੇ ਪਰਿਵਾਰ ਨੂੰ ਜਿਹੜਾ ਵਾ ਉਹ ਨੁਕਸਾਨ ਪਹੁੰਚਾਇਆ ਜਾਂਦਾ ਉਸ ਸਮੇਂ 'ਚ ਵੀ। ਬਿਲਕੁਲ। ਔਰ ਉਹਨਾਂ ਨੇ ਜਿਹੜਾ ਕਿ ਹੈਗਾ ਵੀ ਹਿੰਦੁਸਤਾਨ ਦੇ ਨਾਲ ਆਪਣੇ ਆਪ ਨੂੰ ਜੋੜਿਆ ਕਿਉਂਕਿ ਸਾਡੀਆਂ ਜੜ੍ਹਾਂ ਸਾਡੀਆਂ ਇੱਥੇ ਸੀਗੀਆਂ। ਫਿਰ ਜੇ ਤੁਸੀਂ ਅਕਾਲੀ ਮੂਵਮੈਂਟ ਦੀ ਗੱਲ ਕਰਦੇ ਹੋ, ਜੇ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰਦੇ ਹੋ, ਇਹ ਵੀ ਤਾਂ ਜਿਹੜੀ ਹੈਗੀ ਦੇਸ਼ ਔਰ ਕੌਮ ਦੀ ਖਾਤਰ ਸੀਗਾ। ਤਾਂ ਹੀ ਮਹਾਤਮਾ ਗਾਂਧੀ ਵਰਗੇ ਲਿਖ ਰਹੇ ਨੇ ਪੰਜਾਬੀਆਂ ਦਾ ਮੋਰਚਾ ਜਿਹੜਾ ਜਿੱਤਿਆ ਵਾ ਵੀ ਇਹ ਦੇਸ਼ ਦੀ ਜਿਹੜੀ ਪਹਿਲੀ ਜਿਹੜੀ ਆ ਲੜਾਈ ਜਿਹੜੀ ਆ ਉਹ ਜਿੱਤੀ ਗਈ ਹੈਗੀ ਆ। ਇਹਦੇ ਵਿੱਚ ਜਿਹੜੀ ਹੈਗੀ ਆ ਵੀ ਉਹ ਬਾਅਦ 'ਚ ਆਉਂਦੀਆਂ ਨੇ ਜਿਹੜੀਆਂ ਡਿਸਕ੍ਰਿਮੀਨੇਸ਼ਨ ਹੈਗੀਆਂ ਨੇ, ਉਹਦੇ ਵਿੱਚ ਦੇਖੋ ਮੈਂ ਨਿੱਜੀ ਤੌਰ ਤੇ ਮੰਨਦਾ ਕਿ ਸਾਡੀ ਆਪਣੀ ਲੀਡਰਸ਼ਿਪ ਜਿਹੜੀ ਕਿ ਸਮੇਂ-ਸਮੇਂ ਜਿਹੜੀ ਆਉਂਦੀ ਰਹੀ ਆ, ਉਹਨਾਂ 'ਚ ਵੀ ਕੋਈ ਨਾ ਕੋਈ ਜਿਹੜੀਆਂ ਘਾਟਾਂ ਸੀਗੀਆਂ। ਜੇ ਆਪਾਂ ਪਗੜੀ ਸੰਭਾਲ ਜੱਟਾਂ ਵਾਲੀ ਜੇ ਲਹਿਰ ਚੱਲੀ ਆ, ਜਦੋਂ ਕਿਸਾਨੀ ਦੀ ਲਹਿਰ ਚੱਲੀ ਆ 1907 ਦੇ ਵਿੱਚ, ਜਿਹੜਾ ਬਾਂਕੇ ਦਿਆਲ ਜਿਹੜਾ ਹੈਗਾ ਲਾਇਲਪੁਰ ਦੇ ਵਿੱਚ, ਉਹ ਜਦੋਂ ਜਿਹੜਾ ਇੱਕ ਗੀਤ ਪੜ੍ਹਦਾ ਹੈ ਤੇ ਸਰਦਾਰ ਭਗਤ ਸਿੰਘ ਦਾ ਜਿਹੜਾ ਚਾਚਾ ਵਾ ਸਰਦਾਰ ਰਣਜੀਤ ਸਿੰਘ, ਜਿਹਦੀ 15 ਅਗਸਤ ਨੂੰ ਜਦ ਡੈਥ ਹੁੰਦੀ ਆ, ਉਹ ਆਜ਼ਾਦੀ ਦੇਖ ਕੇ ਜਾਣੀ ਕਿ ਉਹਦੀ ਮੌਤ ਹੁੰਦੀ ਆ। ਔਰ ਉਹ ਬੰਦਾ ਜਿਹੜਾ ਹੈਗਾ ਵੀ ਉਹਨੂੰ ਉਸ ਅੰਦੋਲਨ ਦਾ ਨਾਂ ਹੀ ਲਿਖ ਦਿੰਦਾ ਵੀ ਕਿ ਪਗੜੀ ਸੰਭਾਲ ਜੱਟਾ। ਲੇਕਿਨ ਅੱਜ ਦੀ ਕੀ ਗੱਲ ਕਰਦੇ ਹੋ ਤੁਸੀਂ? ਅੱਜ ਜਿਹੜਾ ਕਿਸਾਨ ਜਿਹੜਾ ਹੈਗਾ ਉਹ ਆਪਣਾ ਹੀ ਵਟਿਆ ਹੋਇਆ ਜਿਹੜਾ ਰੱਸਾ ਹੈਗਾ ਉਹ ਆਪਣੇ ਗਲ ਵਿੱਚ ਪਾ ਰਿਹਾ। ਬਿਲਕੁਲ। ਔਰ ਇਹ ਤੋਂ ਵੱਡਾ ਸੰਤਾਪ ਕੀ ਹੋ ਸਕਦਾ ਪੰਜਾਬ ਦਾ? ਬਿਲਕੁਲ। ਇਹ ਵਾਕਈ ਗੱਲ ਠੀਕ ਹੈ ਕਿ ਅਸੀਂ ਮੰਨੀਏ ਨਾ ਮੰਨੀਏ, ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਜਿਹੜੀ ਸਾਡੀ ਮੁਲਕ ਦੇ ਵਿੱਚ ਤਾਂ ਹੈ ਹੀ ਹੈ, ਪਰ ਸਾਡੇ ਖਿੱਤੇ ਦੇ ਵਿੱਚ ਵੀ ਰਹੀ ਹੈ। ਸਾਡੀ ਆਪਣੀ ਲੀਡਰਸ਼ਿਪ ਦੀਆਂ ਵੀ ਕੁਝ ਕਮਜ਼ੋਰੀਆਂ ਤੇ ਗਲਤੀਆਂ ਰਹੀਆਂ ਨੇ ਜਿਨ੍ਹਾਂ ਦਾ ਖਮਿਆਜ਼ਾ ਅਸੀਂ ਹਲੇ ਤੱਕ ਭੁਗਤ ਰਹੇ ਹਾਂ। ਮੈਂ ਡਾਕਟਰ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੁੰਦਾ, ਡਾਕਟਰ ਜਸਪਾਲ ਸਿੰਘ ਜੀ, ਤੁਹਾਡੇ ਕੋਲ ਜਿਹੜੇ ਪਾਕਿਸਤਾਨ ਵਾਲੇ ਪਾਸਿਓਂ ਬੜੇ ਸਾਰੇ ਰਾਈਟਰ ਆਉਂਦੇ ਰਹਿੰਦੇ ਨੇ, ਕਵੀ ਆਉਂਦੇ ਰਹਿੰਦੇ ਨੇ, ਜੋ ਤੁਸੀਂ ਯੂਨੀਵਰਸਿਟੀ 'ਚ ਸੀਗੇ ਉਦੋਂ ਵੀ ਬੜੀਆਂ ਚਰਚਾਵਾਂ ਅਸੀਂ ਕਰਦੇ ਰਹਿੰਦੇ ਸੀਗੇ। ਜਿੱਦਾਂ ਅਸੀਂ ਸੋਚਦੇ ਹਾਂ, ਜਿੱਦਾਂ ਅਸੀਂ ਚੜ੍ਹਦੇ ਪੰਜਾਬ ਵਾਲੇ ਸੋਚਦੇ ਹਾਂ, ਲਹਿੰਦੇ ਪੰਜਾਬ ਦੇ ਜਿਹੜੇ ਲੋਕ ਨੇ, ਆਵਾਮ ਹੈ ਜਿਹੜੀ,
ਉਹ ਇਹਨਾਂ ਚੀਜ਼ਾਂ ਨੂੰ ਕਿੱਦਾਂ ਮਹਿਸੂਸ ਕਰਦੀ ਹੈ? ਅਸੀਂ ਸੇਕ ਦਰਦ ਮਹਿਸੂਸ ਕਰਦੇ ਹਾਂ, ਕਿ ਉਦਾਂ ਦਾ ਦਰਦ ਸੇਕ ਉਹਨਾਂ 'ਚ ਵੀ ਹੈਗਾ? ਦੇਖੋ, ਜਿੱਥੋਂ ਤੱਕ ਪੰਜਾਬੀਆਂ ਦਾ ਸਰੋਕਾਰ ਹੈ, ਪੰਜਾਬੀਆਂ ਦਾ ਸੰਬੰਧ ਹੈ ਜਿਹੜੇ ਪਾਕਿਸਤਾਨ 'ਚ ਰਹਿੰਦੇ ਨੇ, ਮੈਨੂੰ ਖੁਦ ਐਕਸਪੀਰੀਅੰਸ ਹੈ। ਮੈਂ 3-4 ਸਾਲ ਪਹਿਲੇ ਸ਼ੇਖ ਬਾਬਾ ਫਰੀਦ ਦੇ ਉੱਤੇ ਬਹੁਤ ਵੱਡਾ ਸਮਾਗਮ ਸੀ ਜੀ, ਔਰ ਮੇਰੇ ਖਿਆਲ ਸ਼ਾਮ ਨੂੰ 7 ਵਜੇ ਸ਼ੁਰੂ ਹੋਇਆ ਸੀ, 3:30 ਵਜੇ ਤੱਕ ਉਹ ਪ੍ਰੋਗਰਾਮ ਚੱਲਦਾ ਰਿਹਾ ਯੂਨੀਵਰਸਿਟੀ ਵਿੱਚ। ਔਰ ਮੈਂ ਹੈਰਾਨ ਸਾਂ ਕਿ ਲੋਕ ਮੇਰਾ ਸਨਮਾਨ ਇਸ ਵਾਸਤੇ ਕਰ ਰਹੇ ਸਨ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਦੀ ਬਾਣੀ ਦਰਜ ਹੈ। ਔਰ ਬਾਬਾ ਫਰੀਦ ਜੀ ਦਾ ਜੋ ਸਤਿਕਾਰ ਸਾਡੇ ਗੁਰੂ ਸਾਹਿਬਾਨ ਨੇ ਕੀਤਾ, ਉਹਨਾਂ ਦੀ ਬਾਣੀ ਦਰਜ ਕਰਕੇ, ਮੈਂ ਉੱਥੇ ਇੱਕ ਗੱਲ ਕਹੀ, ਮੈਂ ਕਿਹਾ ਤੁਸੀਂ ਪਤਾ ਨਹੀਂ ਬਾਬਾ ਫਰੀਦ ਨੂੰ ਨਮਸਕਾਰ ਕਰਦੇ ਹੋ, ਸਲਾਮ ਕਰਦੇ ਹੋ ਕਿ ਨਹੀਂ? ਮੈਂ ਰੋਜ਼ ਕਰਦਾ। ਮੈਂ ਉੱਥੇ ਬੋਲਦਿਆਂ ਇਹ ਗੱਲ ਕਹੀ ਸੀ। ਕਿਸ ਤਰ੍ਹਾਂ ਕਰਦਾ? ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਤਾਂ ਮੈਂ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਦਾ, ਮੈਂ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੱਥਾ ਟੇਕਦਾ, ਪਰ ਨਾਲ ਹੀ ਮੈਂ ਕਬੀਰ ਜੀ ਨੂੰ ਮੱਥਾ ਟੇਕਦਾ, ਨਾਲ ਹੀ ਮੈਂ ਨਾਮਦੇਵ ਜੀ ਨੂੰ ਮੱਥਾ ਟੇਕਦਾ, ਨਾਲ ਹੀ ਮੈਂ ਰਵਿਦਾਸ ਜੀ ਨੂੰ ਮੱਥਾ ਟੇਕਦਾ, ਨਾਲ ਹੀ ਮੈਂ ਬਾਬਾ ਫਰੀਦ ਜੀ ਨੂੰ ਮੱਥਾ ਟੇਕਦਾ। ਤਾਂ ਲੋਕ ਇੰਨੇ ਹੈਰਾਨ ਹੋ ਗਏ ਕਿ ਤੁਸੀਂ ਬਾਬਾ ਫਰੀਦ ਦੀ ਬਾਣੀ ਨੂੰ ਸੰਭਾਲਿਆ ਹੋਇਆ। ਰਿਸ਼ਤੇ ਸਾਡੇ ਇਹੋ ਜਿਹੇ ਹੈ ਨੇ। ਔਰ ਮੈਂ ਕਈ ਵਾਰ, ਔਰ ਹੁਣੇ ਸ਼ਾਇਦ ਸਾਲ ਇੱਕ ਪਹਿਲੇ, ਇੱਕ ਇੰਨਾ ਵੱਡਾ ਜਲੂਸ, ਇੱਕ ਇੰਨਾ ਵੱਡਾ ਮੁਜ਼ਾਹਰਾ, ਇੱਕ ਇੰਨਾ ਵੱਡਾ ਇਕੱਠ ਕੀਤਾ ਗਿਆ ਪੰਜਾਬੀ ਭਾਸ਼ਾ ਬਾਰੇ ਲਾਹੌਰ ਯੂਨੀਵਰਸਿਟੀ ਵਿੱਚ। ਔਰ ਬਹੁਤ ਕੁਝ ਉੱਥੇ ਫੈਸਲੇ ਕੀਤੇ ਗਏ ਕਿ ਸਾਡੀ ਜ਼ੁਬਾਨ ਪੰਜਾਬੀ ਹੈ, ਸਾਡੇ ਤੇ ਕੋਈ ਹੋਰ ਜ਼ੁਬਾਨ ਜਿਹੜੀ ਹੈ ਉਹ ਨਾ। ਮੈਂ ਇੱਕ ਗੱਲ ਹਰਪ੍ਰੀਤ ਜੀ ਹੋਰ ਕਹਿਣੀ ਚਾਹਾਂਗਾ। ਜ਼ਰੂਰ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਕਿਸੇ ਨਾਲ ਬਾਰਗੇਨ ਕਰੀਏ, ਜਦੋਂ ਅਸੀਂ ਕਿਸੇ ਨਾਲ ਗੱਲ ਕਰੀਏ, ਆਪਣੇ ਹੱਕਾਂ ਦੀ ਗੱਲ ਕਰੀਏ, ਤਾਂ ਜਿਸ ਤਰ੍ਹਾਂ ਵਾਲੀਆ ਸਾਹਿਬ ਨੇ ਕਿਹਾ, ਨਾਰਾਇਣ ਜੀ ਕਹਿ ਰਹੇ ਸਨ, ਸਾਰੇ ਕਹਿ ਰਹੇ ਨੇ, ਤੁਸੀਂ ਵੀ ਕਹਿ ਰਹੇ ਹੋ, ਸਾਡੀ ਵਿਰਾਸਤ ਬਹੁਤ ਵੱਡੀ ਹੈ ਔਰ ਸਾਨੂੰ ਹਮੇਸ਼ਾ ਆਪਣੀ ਵਿਰਾਸਤ ਜਿਹੜੀ ਹੈ ਉਸ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ। ਔਰ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ, ਮੈਂ ਕਈ ਵਾਰ ਕਹਿੰਦਾ ਕਿ ਜਿਹੜੀ ਸ਼ਹਾਦਤਾਂ ਆਜ਼ਾਦੀ ਦੇ ਵੇਲੇ ਗਦਰੀਆਂ ਨੇ ਦਿੱਤੀਆਂ ਨੇ, ਜਿਹੜੀਆਂ ਸ਼ਹਾਦਤਾਂ ਜਿਹੜੀਆਂ ਕੂਕਾ ਮੂਵਮੈਂਟ 'ਚ ਹੋਈਆਂ ਨੇ, ਜਿਹੜੀਆਂ ਅਕਾਲੀ ਮੂਵਮੈਂਟ 'ਚ ਹੋਈਆਂ ਨੇ, ਜੋ ਕੁਰਬਾਨੀਆਂ ਕੀਤੀਆਂ ਨੇ, ਉਹਦੇ ਪਿੱਛੇ ਕੀ ਹੈ? ਉਹਦੇ ਪਿੱਛੇ ਉਹੀ ਗੱਲ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਬੋਲ ਸਨ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸਤ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਐਤੀ ਮਾਰ ਪਈ ਕਰਲਾਣੇ ਤੈਂਕੀ ਦਰਦ ਨਾ ਆਇਆ। ਉਹਦੇ ਪਿੱਛੇ ਦਸਮ ਪਾਤਸ਼ਾਹ ਦਾ ਇਹ ਬਚਨ ਸੀ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ, ਜਿਨਕੀ ਜਾਤ ਔਰ ਕੁਲਮਾ ਹੀ ਸਰਦਾਰੀ ਨਹੀਂ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾऊं तबे गोविंद सिंह नाम कहूं। उन्होंने कहा सी, राठन के संग रंक लड़ाऊं, भूप गरीबन को कहवाऊं, 1.25 लाख से एक लड़ाऊं तबे गोविंद सिंह नाम। ਇਹ ਜਿਹੜੇ ਜਜ਼ਬੇ ਨੇ, ਇਹਨਾਂ ਜਜ਼ਬਿਆਂ ਨੇ ਪੰਜਾਬੀਆਂ ਵਿੱਚ ਤੇ ਸਿੱਖਾਂ ਵਿੱਚ ਜੁਰਤ ਭਰ ਦਿੱਤੀ ਸੀ ਕਿ ਉਹ ਹਰ ਕੁਰਬਾਨੀ ਦੇਣ ਨੂੰ, ਹਰ ਸ਼ਹਾਦਤ ਦੇਣ ਨੂੰ ਤਿਆਰ ਸਨ। ਮੈਂ ਤੁਹਾਨੂੰ ਬਹੁਤ ਹੈਰਾਨਗੀ, ਮੈਂ ਰਿਸਰਚ ਕਰਦਾ, ਕਈ ਵਾਰੀ ਪੜ੍ਹਦਿਆਂ ਮੇਰੇ ਕੋਲ ਨੁਕਤੇ ਆ ਜਾਂਦੇ ਨੇ। 19 ਸਾਲ ਦੀ ਉਮਰ ਸੀ ਕਰਤਾਰ ਸਿੰਘ ਸਰਾਭਾ ਦੀ ਜਦੋਂ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ। ਪਰ ਜਦੋਂ ਉਹਨੂੰ ਫਾਂਸੀ ਨਹੀਂ ਸੀ ਹੋਈ ਹਲੇ, ਤਾਂ ਉਸਨੇ 4 ਲਾਈਨਾਂ ਕਹੀਆਂ ਸਨ, ਮੈਂ ਉਹ ਤੁਹਾਨੂੰ ਸੁਣਾਉਣਾ ਚਾਹੁੰਦਾ। ਕਰਤਾਰ ਸਿੰਘ ਸਰਾਭਾ, ਹਲੀ ਫਾਂਸੀ ਦਾ ਫੈਸਲਾ ਨਹੀਂ ਸੀ ਹੋਇਆ, ਸਜ਼ਾ ਦਾ ਫੈਸਲਾ ਨਹੀਂ ਸੀ ਹੋਇਆ, ਤੇ ਕਰਤਾਰ ਸਿੰਘ ਸਰਾਭਾ ਨੇ ਕਿਹਾ ਸੀ, ਮੈਨੂੰ ਉਮਰ ਕੈਦ ਹੋਵੇਗੀ ਜਾਂ ਸਜ਼ਾਏ ਮੌਤ ਮਿਲੇਗੀ, ਪਰ ਮੈਂ ਚਾਹੁੰਦਾ ਹਾਂ, ਮੈਨੂੰ ਇੱਥੋਂ ਲੱਗਦਾ ਹੈ ਕਿ ਇਹ ਮੇਰੀ ਵਿਰਾਸਤ ਹੈ। ਇਸਨੇ ਵਿਰਾਸਤ ਤੋਂ 19 ਸਾਲ ਦੇ ਕਰਤਾਰ ਸਿੰਘ ਸਰਾਭਾ ਨੇ ਇਹ ਜੁਰਤ ਲਈ ਹੈ, ਇਹ ਹਿੰਮਤ ਲਈ ਹੈ ਕਿ ਉਹ ਇਹ ਗੱਲ ਕਹਿ ਰਿਹਾ ਹੈ ਕਿ ਮੈਨੂੰ ਉਮਰ ਕੈਦ ਹੋਵੇਗੀ ਜਾਂ ਸਜ਼ਾਏ ਮੌਤ ਮਿਲੇਗੀ, ਪਰ ਮੈਂ ਚਾਹੁੰਦਾ ਹਾਂ ਕਿ ਮੈਨੂੰ ਸਜ਼ਾਏ ਮੌਤ ਮਿਲੇ, ਤਾਂ ਜੋ ਮੈਂ ਦੁਬਾਰਾ ਜਨਮ ਲੈ ਕੇ ਫਿਰ ਭਾਰਤ ਦੀ ਆਜ਼ਾਦੀ ਲਈ ਲੜਾਈ ਵਿੱਚ ਹਿੱਸਾ ਲੈ ਸਕਾਂ। ਭਾਰਤ ਦੇ ਆਜ਼ਾਦ ਹੋਣ ਤੱਕ ਮੈਂ ਬਾਰ-ਬਾਰ ਮੌਤ ਸਹੇੜਾਂ, ਇਹੀ ਮੇਰੀ ਆਖਰੀ ਇੱਛਾ ਹੈ। ਮੈਂ ਹੈਰਾਨ ਹੁੰਦਾ ਕਿ 19 ਸਾਲ ਦਾ ਕਰਤਾਰ ਸਿੰਘ ਸਰਾਭਾ ਗਦਰ ਮੂਵਮੈਂਟ ਵਿੱਚ ਹਿੱਸਾ ਲੈਂਦਿਆਂ ਇਹ ਆਪਣੀ ਖੁਆਇਸ਼ ਪ੍ਰਗਟ ਕਰਦਾ ਹੈ ਕਿ ਮੈਨੂੰ ਸ਼ਾਇਦ ਉਮਰ ਕੈਦ ਮਿਲੇਗੀ ਜਾਂ ਸਜ਼ਾਏ ਮੌਤ, ਪਰ ਮੈਂ ਚਾਹੁੰਦਾ ਮੈਨੂੰ ਸਜ਼ਾਏ ਮੌਤ ਮਿਲੇ। ਭਗਤ ਸਿੰਘ ਦੀਆਂ ਉਹ ਲਾਈਨਾਂ ਜਦੋਂ ਫਾਂਸੀ ਤੇ ਚੜਦਾ ਹੈ, ਮੈਂ ਕਦੀ ਨਹੀਂ ਭੁੱਲਦਾ, ਜਦੋਂ ਭਗਤ ਸਿੰਘ ਕਹਿੰਦਾ ਹੈ, ਸਰਫਰੋਸ਼ੀ ਕੀ ਤਮन्ना अब हमारे दिल में है, देखना है जोर कितना बाजुए कातिल में है, वक्त आने दे बता देंगे तुझे
हम अभी से क्या बताएं क्या हमारे दिल में है। ਇਹ ਲਫ਼ਜ਼ ਭਗਤ ਸਿੰਘ ਦੇ ਸਨ। ਇੱਕ ਹੋਰ ਨੁਕਤਾ ਮੇਰੇ ਮਨ 'ਚ ਹੈ ਕਿ ਊਧਮ ਸਿੰਘ 21 ਸਾਲ ਬਾਅਦ ਜਾ ਕੇ ਉਸਨੇ ਬਦਲਾ ਲਿਆ ਸੀ ਜਲਿਆਂਵਾਲੇ ਬਾਗ ਦੇ ਸਾਕੇ ਦਾ, ਔਰ ਉਸ ਵੇਲੇ ਮਦਨ ਮੋਹਨ ਮਾਲਵੀਆ ਜੀ ਨੇ ਦੱਸਿਆ ਸੀ ਕਿ 1000 ਬੰਦੇ ਦੀ ਮੌਤ ਹੋਈ ਹੈ ਜਲਿਆਂਵਾਲੇ ਬਾਗ ਦੇ ਉਸ ਮੋਰਚੇ ਵਿੱਚ, ਉਸ ਇਕੱਠ ਵਿੱਚੋਂ, ਔਰ ਉਹਦੇ ਵਿੱਚੋਂ 42 ਬੱਚੇ ਸਨ, ਔਰ ਇੱਕ ਬੱਚਾ ਜਿਹੜਾ ਸੀ ਉਹ ਸਿਰਫ 7 ਮਹੀਨੇ ਦਾ ਸੀ। ਇਹ ਮਦਨ ਮੋਹਨ ਮਾਲਵੀਆ ਜੀ ਨੇ ਆਪਣੀ ਗਿਣਤੀ ਕਰਕੇ ਉੱਥੇ ਸਟੇਟਮੈਂਟ ਜਾਰੀ ਕੀਤੀ ਸੀ। ਜਦੋਂ ਉਹਨੂੰ ਫੜ ਲਿਆ ਗਿਆ ਸੀ ਊਧਮ ਸਿੰਘ ਨੂੰ, ਕਿਉਂਕਿ ਉਸਨੇ ਜਨਰਲ ਓਡਾਇਰ ਨੂੰ ਗੋਲੀ ਮਾਰ ਦਿੱਤੀ ਸੀ, ਤਾਂ ਉਹ ਕੀ ਕਹਿੰਦਾ ਹੈ, ਮੈਂ ਉਹ ਲਫ਼ਜ਼ ਪੜ੍ਹ ਕੇ ਆਪਣੀ ਗੱਲ ਖਤਮ ਕਰਾਂਗਾ। ਉਹ ਕਹਿੰਦਾ ਹੈ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਮਰਨ ਤੋਂ ਨਹੀਂ ਡਰਦਾ, ਹਾਲੇ ਉਹਨੂੰ ਸਜ਼ਾ ਨਹੀਂ ਹੋਈ ਫਾਂਸੀ ਦੀ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਮਰਨ ਤੋਂ ਨਹੀਂ ਡਰਦਾ। ਅਗਲੀ ਲਾਈਨ ਪੜ੍ਹ ਕੇ ਮੈਂ ਬਹੁਤ ਹੈਰਾਨ ਹੋ ਗਿਆ। ਉਹ ਕਹਿੰਦਾ ਹੈ, ਕੀ ਫਾਇਦਾ ਹੈ ਬੁਢੇਪੇ ਤੱਕ ਇੰਤਜ਼ਾਰ ਕਰਨ ਦਾ, ਮੈਂ ਤਾਂ ਜਵਾਨੀ ਵਿੱਚ ਮਰਨਾ ਚਾਹੁੰਦਾ ਹਾਂ, ਇਹੋ ਚੰਗਾ ਹੈ ਤੇ ਇਹੋ ਮੈਂ ਕਰ ਰਿਹਾ ਹਾਂ। ਮੈਂ ਆਪਣੇ ਦੇਸ਼ ਲਈ ਆਪ ਮੌਤ ਸਹੇੜ ਰਿਹਾ ਹਾਂ। ਤੇ ਮੈਂ ਹੈਰਾਨ ਹੋ ਗਿਆ ਕਿ ਇਹ ਜਜ਼ਬਾ ਗੁਰੂਆਂ ਨੇ ਦਿੱਤਾ ਹੈ, ਇਹ ਜਜ਼ਬਾ ਸਾਡੀ ਵਿਰਾਸਤ ਨੇ ਸਾਡੇ ਪੰਜਾਬੀਆਂ ਨੂੰ, ਸਾਡੇ ਸਿੱਖਾਂ ਨੂੰ ਦਿੱਤਾ ਹੈ। ਔਰ ਜੇ ਸਾਨੂੰ ਆਜ਼ਾਦੀ ਹਾਸਲ ਹੋਈ ਹੈ, ਮੈਂ ਇਹ ਕਹਿ ਸਕਦਾ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਪੰਜਾਬੀਆਂ ਦਾ ਹੈ ਔਰ ਸਿੱਖਾਂ ਦਾ ਹੈ। ਔਰ ਜੇ ਅਸੀਂ ਕੋਈ ਗੱਲ ਕਿਸੇ ਨਾਲ, ਕਿਸੇ ਅਥਾਰਟੀ ਨਾਲ, ਕਿਸੇ ਸੱਤਾ ਨਾਲ, ਕਿਸੇ ਸਰਕਾਰ ਨਾਲ ਗੱਲ ਕਰਨੀ ਹੈ, ਤੇ ਮੈਨੂੰ ਲੱਗਦਾ ਉਹਨਾਂ ਨੂੰ ਵਿਰਾਸਤ ਦੀ ਥੋੜੀ ਜਿਹੀ ਗੱਲ ਜਿਹੜੀ ਆ ਉਹਨਾਂ ਦੇ ਕੰਨ 'ਚ ਜ਼ਰੂਰ ਪੈਣੀ ਚਾਹੀਦੀ ਹੈ ਕਿ ਕਿਸ ਵਿਰਾਸਤ ਦੇ ਅਸੀਂ ਪਾਂਦੀ ਹਾਂ। ਔਰ ਉਹ ਵਿਰਾਸਤ ਕਿੰਨੀ ਵੱਡੀ ਹੈ ਜਿਸ ਨੇ ਦੇਸ਼ ਨੂੰ ਆਜ਼ਾਦ ਕਰਾਇਆ ਹੈ। ਉਹ ਦੇਸ਼ ਨੂੰ ਜਿਹੜੀ ਹੈ ਇੱਕ ਲਿਹਾਜ਼ ਨਾਲ ਮੈਂ ਕਹਿ ਸਕਦਾ ਸੋਵਰਨਿਟੀ ਜਿਹੜੀ ਹੈ, ਸੰਪਰਭਤਾ ਜਿਹੜੀ ਹੈ, ਉਹ ਦਵਾਈ ਹੈ। ਬਿਲਕੁਲ ਠੀਕ ਹੈ। ਚੰਨੀ ਸਾਹਿਬ, ਜਿਵੇਂ ਵਾਲੀਆ ਸਾਹਿਬ ਹੋਰਾਂ ਨੇ ਵੀ ਜ਼ਿਕਰ ਕੀਤਾ ਕਿ ਅਸੀਂ ਸਾਰੇ ਮੰਨਦੇ ਹਾਂ ਕਿ ਪੰਜਾਬ ਨਾਲ ਬੇਇਨਸਾਫੀ ਹੋਈ ਹੈ, ਸਮੇਂ-ਸਮੇਂ ਤੇ ਕੇਂਦਰ ਸਰਕਾਰਾਂ ਵੱਲੋਂ ਇਨਸਾਫ ਨਹੀਂ ਦਿੱਤਾ ਗਿਆ, ਪਰ ਕਿਤੇ ਨਾ ਕਿਤੇ ਸਾਡੀਆਂ ਵੀ ਆਪਣੀਆਂ ਕੁਝ ਗਲਤੀਆਂ ਤੇ ਕਮਜ਼ੋਰੀਆਂ ਰਹੀਆਂ ਨੇ ਜਿਹਦੇ ਕਰਕੇ ਇਹ ਭਾਣਾ ਹਾਲੇ ਤੱਕ ਵਰਤਦਾ ਆ ਰਿਹਾ। ਤੁਹਾਨੂੰ ਵੀ ਕਿਤੇ ਨਾ ਕਿਤੇ ਨਜ਼ਰ ਆਉਂਦਾ ਕਿ ਰਾਜਨੀਤਿਕ ਇੱਛਾ ਸ਼ਕਤੀ ਦੀ ਜਿਹੜੀ ਘਾਟ ਰਹੀ ਹੈ, ਜੋ ਪਹਿਲਾਂ ਚੀਜ਼ਾਂ ਸੀਗੀਆਂ ਜਿਨ੍ਹਾਂ ਦੀ ਉਦਾਹਰਨ ਰਵਿੰਦਰ ਨਾਰਾਇਣ ਜੀ ਉਹਨਾਂ ਨੇ ਦਿੱਤੀ, ਡਾਕਟਰ ਜਸਪਾਲ ਸਿੰਘ ਹੋਰਾਂ ਨੇ ਦਿੱਤੀ, ਜਿਨ੍ਹਾਂ ਬਾਰੇ ਗੱਲ ਪਹਿਲਾਂ ਕੀਤੀ ਕਿ ਉਹ ਜਜ਼ਬਾ, ਉਹ ਸੰਘਰਸ਼ ਹੁਣ ਸਾਨੂੰ ਨਜ਼ਰ ਨਹੀਂ ਆਉਂਦਾ। ਤੁਹਾਨੂੰ ਉਹਦੇ ਪਿੱਛੇ ਕਾਰਨ ਕੀ ਨਜ਼ਰ ਆਉਂਦਾ? ਦੇਖੋ, ਮੈਂ ਇੱਕ ਤਾਂ ਥੋੜੀ ਜਿਹੀ ਗੱਲ ਕਰਾਂਗਾ ਕਿ ਸਾਨੂੰ ਸਾਡੇ ਮੁਲਕ ਨੂੰ ਬ੍ਰਿਟਿਸ਼ ਇੰਡੀਆ ਜਿਹੜਾ ਸੀਗਾ ਪਹਿਲਾਂ, ਉਹਨੂੰ ਆਜ਼ਾਦ ਕਰਾਉਣਾ ਚਾਹੀਦਾ ਸੀ, ਔਰ ਬਹੁਤ ਸੌੜੇ ਹਿੱਤਾਂ ਦੇ ਕਰਕੇ ਅਸੀਂ ਇੱਕ ਪਾਕਿਸਤਾਨ ਬਣਵਾਤਾ, ਔਰ ਭਾਰਤ ਦੀ ਵੰਡ ਨਹੀਂ ਹੋਈ, ਪੰਜਾਬ ਦੀ ਵੰਡ ਹੋਈ, ਜਿਹੜਾ ਅੱਧਾ ਉੱਧਰ ਰਹਿ ਗਿਆ, ਅੱਧਾ ਇੱਧਰ ਰਹਿ ਗਿਆ ਜੀ। ਔਰ ਜਦੋਂ ਕਿ 2.5-3 ਗੁਣਾ ਜਿਹੜੇ ਮੁਸਲਿਮਸ ਨੇ ਅਜੇ ਵੀ ਹਿੰਦੁਸਤਾਨ ਦੇ ਵਿੱਚ ਨੇ, ਤੇ ਫਿਰ ਉਹ ਕਿਸ ਬੇਸਿਸ ਤੇ ਅਸੀਂ ਉਦੋਂ ਪਾਕਿਸਤਾਨ ਵਾਲੀ ਗੱਲ ਕੀਤੀ, ਜਾਂ ਅਸੀਂ ਇੱਕ ਖਿੱਤਾ ਪਾਕਿਸਤਾਨ ਦਾ ਬਣਾ ਕੇ ਹਮੇਸ਼ਾ ਵਾਸਤੇ ਅਸੀਂ ਉਹਨੂੰ ਸੁਰਗ ਦਾ ਦੇਖਦੇ ਹਾਂ ਔਰ ਸਾਨੂੰ ਉਹ ਪਰੇਸ਼ਾਨ ਕਰ ਰਿਹਾ ਹੈ। ਮੈਨੂੰ ਇਹ ਲੱਗਦਾ ਹੈ ਵੀ ਸ਼ਾਇਦ ਸਾਨੂੰ ਬ੍ਰਿਟਿਸ਼ ਇੰਡੀਆ, ਬ੍ਰਿਟਿਸ਼ਰਸ ਤੋਂ ਆਜ਼ਾਦ ਕਰਾਉਣ ਦੀ ਲੋੜ ਸੀਗੀ, ਸਾਨੂੰ ਵੰਡ ਦੀ ਲੋੜ ਨਹੀਂ ਸੀ, ਔਰ ਸ਼ਾਇਦ ਅਸੀਂ ਇਹੋ ਜਿਹਾ ਕੁਛ ਨਾ ਜਿਹੜਾ ਭੁਗਤ ਰਹੇ ਅਸੀਂ ਨਾ ਭੁਗਤਦੇ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ, ਜਿਸ ਤਰ੍ਹਾਂ ਤੁਸੀਂ ਕਹੇ ਕਿ ਹੁਣ ਕੀ ਗੱਲ ਹੈਗੀ ਹੈ, ਹੁਣ ਅਸੀਂ ਬਹੁਤ ਪਦਾਰਥਵਾਦੀ ਹੋ ਗਏ ਹੈ, ਔਰ ਸਾਡਾ ਜਿਹੜਾ ਅਸੀਂ ਇਹ ਕਹਿੰਦੇ ਹਾਂ ਕਿ ਭਗਤ ਸਿੰਘ ਵਰਗੇ ਤਾਂ ਹੋਣ ਬਹੁਤ ਜ਼ਿਆਦਾ ਘਰ ਘਰ ਜੰਮਣ, ਪਰ ਅਸੀਂ ਇਹ ਕਹਿੰਦੇ ਮੇਰੇ ਘਰ ਨਾ ਕਿਤੇ ਜੰਮ ਪਏ। ਮਤਲਬ ਸਾਡੀ ਜਿਹੜੀ ਸੋਚ ਹੈ, ਵਿਚਾਰ ਹੈ, ਸਰਬੱਤ ਦੇ ਭਲੇ ਵਾਲੀ ਗੱਲ ਹੈ, ਜਾਂ ਅਸੀਂ ਉਹਨਾਂ ਚ ਕਦਰਾਂ ਕੀਮਤਾਂ ਤੋਂ ਬਹੁਤ ਪਾਸੇ ਅਸੀਂ ਹੋ ਗਏ। ਔਰ ਜਿੱਥੋਂ ਤੱਕ ਪੰਜਾਬ ਦੀ ਗੱਲ ਅਸੀਂ ਆਪਾਂ ਕਰ ਰਹੇ ਹੈਗੇ ਆ, ਉਹਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ, ਇਹ ਪੰਜਾਬੀਆਂ ਤੋਂ ਡਰਦੇ ਸੀ, ਸਿੱਖਾਂ ਤੋਂ ਡਰਦੇ ਸੀ, ਇਹਨਾਂ ਦੀ ਬਹਾਦਰੀ ਤੋਂ ਡਰਦੇ ਸੀ, ਲਿਆਕਤ ਤੋਂ ਡਰਦੇ ਸੀ, ਇਹਨਾਂ ਦੀ ਲੀਡਰਸ਼ਿਪ ਤੋਂ ਡਰਦੇ ਸੀ, ਜਿਸ ਕਰਕੇ ਜਿਹੜੇ ਪੰਜਾਬੀ ਸੀ ਉਹਨਾਂ ਨੂੰ ਜਿਹੜਾ ਲੋੜੀਂਦਾ ਮਾਨ ਸਨਮਾਨ ਹਿੱਸੇ ਆਉਂਦਾ ਜਿਹੜਾ ਬਣਦਾ ਸੀਗਾ, ਉਹ ਨਹੀਂ ਕਿਸੇ ਸਰਕਾਰ ਨੇ ਦਿਲ ਵੱਡਾ ਕੀਤਾ ਜਿਸ ਤਰ੍ਹਾਂ ਪੰਜਾਬੀਆਂ ਦਾ, ਸਿੱਖਾਂ ਦਾ ਦਿਲ ਵੱਡਾ ਹੈ। ਵੀ ਆਰ ਰੀਅਲੀ ਸੈਕੂਲਰ ਬਾਈ ਆਲ ਮੀਨ। ਜੇ ਅਸੀਂ ਕਹਿੰਦੇ ਹਾਂ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਮਤਲਬ ਜਿਹੜੀ ਸਾਡੀ ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿਸਾ ਬਾਹਰਾ ਜਿਉ, ਮਤਲਬ ਅਸੀਂ ਜਿਹੜੀ ਸਾਡੇ ਚ ਭਰ ਦਿੱਤਾ, ਸਾਡੇ ਜੀਨਸ ਦੇ ਵਿੱਚ ਆ ਗਿਆ,
ਉਹ ਮੈਨੂੰ ਮਾਫ ਕਰਨਾ, ਸ਼ਾਇਦ ਬਾਕੀ ਮੁਲਕ ਦੇ ਵਿੱਚ ਉਹਨਾਂ ਨਹੀਂ ਹੈਗਾ, ਜਿਸ ਕਰਕੇ ਉਹ ਜਿਹੜੀ ਸਾਡੀ ਕਿਸੇ ਨੇ ਵਡਿਆਈ ਵੀ ਉਨੀ ਨਹੀਂ ਹੋਈ ਤੇ ਜਿਹੜਾ ਸਾਡਾ ਹਿੱਸਾ ਬਣਦਾ ਸੀ ਉਹ ਵੀ ਨਹੀਂ ਹੋਇਆ। ਔਰ ਪੰਜਾਬ ਦੇ ਨਾਲ ਜ਼ਿਆਦਤੀ ਹੋਈ ਹੈ, ਹੁੰਦੀ ਰਹੀ ਹੈ ਔਰ ਆਜ਼ਾਦੀ ਮਿਲੀ ਹੈ। ਚਾਹੇ ਤੁਸੀਂ ਦੇਖੋ, ਜੇ ਤੇਲੰਗਾਨਾ ਦੇ ਵਿੱਚ ਨਵੀਂ ਕੈਪੀਟਲ ਬਣ ਸਕਦੀ ਹੈ, ਸਾਡੀ ਆਪ ਦੀ ਕੈਪੀਟਲ ਆ, ਉਹ ਸਾਡੇ ਕੋਲੇ ਨਹੀਂ ਹੈਗੀ। ਜਿਹੜੀਆਂ ਨਾਨ ਰਿਪੇਰੀਅਨ ਸਟੇਟਸ ਨੇ, ਰਾਜਸਥਾਨ ਦਾ ਕੀ ਹੱਕ ਬਣਦਾ ਸੀਗਾ, ਅਸੀਂ ਪਾਣੀ ਜਾ ਰਿਹਾ ਉੱਥੇ ਵੀ ਅਰਾਊਂਡ 8 MAF ਪਾਣੀ ਉੱਥੇ ਜਾ ਰਿਹਾ ਹੈ। ਅੱਛਾ, ਜੇ ਜਿਸ ਤਰ੍ਹਾਂ ਦੱਸ ਰਹੇ ਸੀਗੇ, ਜੇ ਮਾਸਟਰ ਤਾਰਾ ਸਿੰਘ ਉੱਥੇ ਲਾਹੌਰ ਜਾ ਕੇ ਝੰਡਾ ਨਾ ਫਾੜਦੇ ਤਾਂ ਜਿਹੜਾ ਇਹ ਪਾਕਿਸਤਾਨ ਹੈ ਇਹ ਜਮਨਾ ਤੱਕ ਬਣਨਾ ਸੀ। ਅਸੀਂ ਸਾਰੇ ਮਤਲਬ ਪਤਾ ਨਹੀਂ ਸਾਨੂੰ ਸਾਰਿਆਂ ਨੂੰ ਅੱਧਿਆਂ ਨੂੰ ਧਰਮ ਚੇਂਜ ਕਰਨਾ ਪੈਂਦਾ ਜਾਂ ਕੀ ਕਰਨਾ ਪੈਂਦਾ, ਮਤਲਬ ਇਹ ਸਾਡੇ ਬੰਦਿਆਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਨੇ, ਜਿਸ ਕਰਕੇ ਅਸੀਂ ਚਲੋ ਬਚਾਅ ਹੋ ਗਿਆ ਜਿੰਨਾ ਵੀ ਹੋਇਆ। ਪਰ ਅਦਰਵਾਈਜ਼ ਸਾਡੇ ਨਾਲ ਜਿਹੜੀ ਜ਼ਿਆਦਤੀ ਹੈ ਉਹ ਹੁਣ ਤੁਸੀਂ ਇਹ ਦੇਖੋ, ਜਿਹੜੀਆਂ ਰਿਪੇਰੀਅਨ ਜਿਹੜਾ ਲਾਅ ਹੈਗਾ ਉਹ ਵਰਲਡ ਵਾਈਡ ਹੈ ਜੀ, ਔਰ ਕੋਈ ਵੀ ਨਾਨ ਰਿਪੇਰੀਅਨ ਜਿਹੜੀ ਸਟੇਟ ਹੈਗੀ ਹੈ ਉਹ ਦਾਅਵਾ ਨਹੀਂ ਕਰ ਸਕਦੀ। ਔਰ ਅਸੀਂ ਅਜੇ ਵੀ ਕਹਿ ਜਾਂਦੇ ਹਾਂ ਕਿ ਜੀ ਹਾਂਜੀ ਦਾਅਵਾ ਹੀ ਨਹੀਂ ਕਰ ਸਕਦੀ, ਸਾਡਾ ਕਨਸਟੀਟਿਊਸ਼ਨ ਵੀ ਇਹ ਕਹਿੰਦਾ ਔਰ ਜਿਹੜੀ ਇੰਟਰਨੈਸ਼ਨਲ ਟ੍ਰੀਟੀਜ਼ ਆ ਉਹ ਵੀ ਸਾਰਾ ਕੁਝ ਇਹੀ ਕਹਿੰਦੀਆਂ ਨੇ। ਪਰ ਅਸੀਂ ਫੇਰ ਵੀ ਧੱਕੇ ਨਾਲ ਰਾਜਸਥਾਨ ਨੂੰ ਵੀ ਪਾਣੀ ਦੇਤਾ, ਫਿਰ ਅਸੀਂ SYL ਵੀ ਦਾ ਵੀ ਕਰਤਾ, ਔਰ ਜਿਹੜਾ ਰੀਆਰਗਨਾਈਜੇਸ਼ਨ ਐਕਟ ਹੈਗਾ ਉਹਦੇ ਜਿਹੜੇ ਸੈਕਸ਼ਨ 78 to 80 ਹੈ ਉਹ ਇੱਦਾਂ ਦੇ ਬਣਾਤੇ ਜਿਹੜੇ ਦੇ ਆਰ ਟੋਟਲੀ ਅਨਕਨਸਟੀਟਿਊਸ਼ਨਲ। ਮਤਲਬ ਪੰਜਾਬ ਦੇ ਨਾਲ ਤਾਂ ਜ਼ਿਆਦਤੀ ਤੋਂ ਜ਼ਿਆਦਤੀ। ਫਿਰ ਜਿਹੜੇ ਸਾਡੇ ਇਲਾਕੇ ਹੈਗੇ ਨੇ ਪੰਜਾਬੀ ਬੋਲਦੇ, ਚਾਹੇ ਹਿਮਾਚਲ 'ਚ ਹੈਗੇ ਨੇ, ਕਾਂਗੜਾ ਹੈ, ਸੋਲਨ ਹੈ, ਇੱਧਰ ਹੈ, ਕਰਨਾਲ ਤੱਕ ਹੈ, ਅੰਬਾਲਾ ਹੈਗਾ, ਸਾਰੇ ਹੈਗੇ ਨੇ। ਮੈਂ ਥੋੜੀ ਜਿਹੀ ਐਗਜ਼ਾਮਪਲ ਦੇ ਦਿੰਦਾ। ਮੈਂ 1985 ਦੇ ਵਿੱਚ SDM ਮੁਕਤਸਰ ਸੀਗਾ ਜੀ, ਔਰ ਉਦੋਂ ਕੱਦੂ ਖੁੜੇ ਲਿੰਗੁਇਸਟਿਕ ਸਰਵੇ ਹੋਇਆ, ਔਰ ਸਾਡੀ ਉਦੋਂ ਮਹਾਰਾਜ ਸਾਹਿਬ ਐਗਰੀਕਲਚਰ ਮਿਨਿਸਟਰ ਸੀ ਔਰ ਬਰਨਾਲਾ ਸਾਹਿਬ ਦੀ ਮਿਨਿਸਟਰੀ ਸੀ। ਅਸੀਂ 4 ਰਾਤਾਂ ਕੋਈ ਪਿੰਡ ਦਾ ਗੀਰਾ ਖੁੰਡ ਨਹੀਂ ਛੱਡਿਆ, ਜਾਗ ਕੇ ਕੱਟੀਆਂ, ਕਿਉਂਕਿ ਹਰਿਆਣੇ ਦੇ ਵਿੱਚੋਂ ਇਹ ਗੱਲ ਆ ਰਹੀ ਸੀ ਵੀ ਅਸੀਂ ਤੁਹਾਨੂੰ ਟਰੈਕਟਰ ਦੇਵਾਂਗੇ, ਜ਼ਮੀਨਾਂ ਦੇਵਾਂਗੇ, ਤੁਸੀਂ ਆਪਣੀ ਜਿਹੜੀ ਹੈਗੀ ਹੈ ਭਾਸ਼ਾ ਹਿੰਦੀ ਲਿਖਾਓ। ਪਰ ਅਸੀਂ ਉੱਥੇ ਪਹਿਰਾ ਦਿੱਤਾ, ਜਿਸ ਕਰਕੇ ਜਿਹੜੇ ਬੋਰ ਫਾਜ਼ਿਲਕਾ ਦੇ ਇਲਾਕੇ ਕੁਦਰਤੀ ਬਚ ਸਕੇ। ਮਤਲਬ ਉਹ ਸਾਡੀ ਮਿਹਨਤ ਹੈਗੀ ਹੈ ਜਿਸ ਕਰਕੇ ਅਸੀਂ ਬਚਾਇਆ। ਮਤਲਬ ਪੰਜਾਬ ਦੇ ਨਾਲ ਮਤਲਬ ਸਾਜ਼ਿਸ਼ਾਂ ਕਿਸ ਲੈਵਲ ਤੇ ਹੁੰਦੀਆਂ ਰਹੀਆਂ, ਇਹਦੀ ਇਹ ਪ੍ਰਤੱਖ ਉਦਾਹਰਨ ਹੈਗੀ ਹੈ, ਕਿਤੇ ਤੱਕ ਜਾ ਕੇ ਸਾਜ਼ਿਸ਼ਾਂ ਹੁੰਦੀਆਂ ਰਹੀਆਂ। ਮੈਂ 1 ਮਿੰਟ ਵਾਪਸ ਆਇਆ। ਮੈਂ ਰਵਿੰਦਰ ਨਾਰਾਇਣ ਜੀ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਵੈਸੇ ਤਾਂ ਆਜ਼ਾਦੀ ਦਿਹਾੜਾ, ਆਜ਼ਾਦੀ ਅਸੀਂ ਮਨਾ ਰਹੇ ਹਾਂ, ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਜੇ ਸਵਾਲ ਤੁਹਾਡੇ ਤੋਂ ਪੁੱਛਦਾ, ਕਿਉਂਕਿ ਤੁਸੀਂ ਬੜਾ ਬੇਬਾਕ ਹੋ ਕੇ ਜਵਾਬ ਦਿੰਦੇ ਹੋ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਅਸੀਂ ਭਾਵੇਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ, ਅਸੀਂ ਮੁਲਕ ਦੇ ਵਿੱਚ ਖੁਸ਼ੀਆਂ ਖੇੜੇ ਕਹਿ ਰਹੇ ਹਾਂ, ਪਰ ਕਿਤੇ ਨਾ ਕਿਤੇ ਘੱਟ ਗਿਣਤੀਆਂ ਦੇ ਵਿੱਚ ਬੇਭਰੋਸਗੀ ਥੋੜੀ ਜਿਹੀ ਹੈਗੀ ਹੈ। ਉਹ ਆਪਣੇ ਆਪ ਨੂੰ ਬੇਗਾਨਾਪਨ ਜਾਂ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ। ਤੁਸੀਂ ਦੇਖੋ, ਜਿਸ ਕੌਮ ਨੇ ਇੰਨਾ ਸੰਘਰਸ਼ ਕੀਤਾ ਹੋਵੇ, ਕਦੇ ਨਾਰਥ ਈਸਟ ਦੇ ਗੁਰਦੁਆਰੇ ਦੇ ਵਿੱਚ ਕੁਝ ਹੋ ਰਿਹਾ, ਕਦੇ ਰਾਜਸਥਾਨ ਦੇ ਵਿੱਚ ਗ੍ਰੰਥੀ ਦੀ ਕੁੱਟਮਾਰ ਹੋ ਰਹੀ ਹੈ, ਜਿਸ ਕੌਮ ਦੇ ਲਈ ਪ੍ਰਾਈਡ ਹੋਣਾ ਚਾਹੀਦਾ ਸੀਗਾ, ਉਸ ਕੌਮ ਦੇ ਲਈ ਇਹ ਸਭ ਕੁਝ ਹੋ ਰਿਹਾ। ਇਹ ਘੱਟ ਗਿਣਤੀਆਂ ਨਾਲ ਆਲਮੋਸਟ ਆ ਰਿਹਾ। ਮੈਂ ਬਾਰ-ਬਾਰ ਇਹੀ ਕਹਿ ਰਿਹਾ, ਇਹ ਸਾਜ਼ਿਸ਼ ਹੈ। ਇਹ ਸਾਜ਼ਿਸ਼ ਹੈ ਕਿ ਇਹ ਕੌਮ ਕਦੇ ਅੱਗੇ ਨਾ ਆ ਸਕੇ, ਕਦੇ ਅੱਗੇ ਨਾ ਆਏ। ਤੁਸੀਂ ਦੇਖੋ, ਬੱਬਰ ਅਕਾਲੀ ਮੂਵਮੈਂਟ ਜਿਹੜੀ ਸੀ, ਉਹਦਾ ਇਹ 100ਵੀਂ ਵਰ੍ਹੇਗੰਢ ਹੈ। 100 ਸਾਲ ਹੋ ਗਏ ਬੱਬਰ ਅਕਾਲੀ ਮੂਵਮੈਂਟ ਨੂੰ, ਤੇ SGPC ਨੂੰ 100 ਸਾਲ ਹੋਣ ਲੱਗੇ ਆ, ਅਕਾਲੀ ਦਲ ਨੂੰ 100 ਸਾਲ ਹੋਣ ਲੱਗੇ ਆ। ਪੰਜਾਬ ਦੀ ਇਹ ਪਾਰਟੀਆਂ ਦਾ ਇਹ ਇੰਨਾ ਲੰਬਾ ਇਤਿਹਾਸ ਹੈ, ਲੇਕਿਨ ਇਹ ਇਤਿਹਾਸ ਅੱਜ ਦੀ ਜਨਰੇਸ਼ਨ ਨੂੰ ਪਤਾ ਹੀ ਹੈ। ਇਸ ਕਰਕੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਰਾਈਟਸ ਕੀ ਹੈ, ਉਹਨਾਂ ਨੂੰ ਲੜਨਾ ਕਾਹਦੇ ਬਾਰੇ ਹੈ, ਇਹ ਹੀ ਨਹੀਂ ਪਤਾ। ਜਦ ਇਹ ਪਤਾ ਚੱਲ ਜਾਏਗਾ ਤਾਂ ਫਿਰ ਤਾਂ ਬੱਬਰ ਅਕਾਲੀਆਂ ਦੇ ਗੀਤ ਦੁਬਾਰਾ ਸਜੀਵ ਹੋ ਜਾਣਗੇ। ਖੰਡਾ ਪਕੜੋ ਸ਼ੇਰੋਂ ਆਖੇ ਬੱਬਰ ਬੰਗਾਰ, ਬਿਨ ਖੰਡੇ ਨਾ ਮਿਲੇ ਆਜ਼ਾਦੀ ਕਹਿੰਦਾ ਬੱਬਰ ਬੰਗਾਰ, ਇਹ ਗੀਤ ਚੱਲਦੇ ਸੀ ਨਾ ਉਸ ਵੇਲੇ। ਹਿੰਦ ਦੇ ਬਹਾਦਰੋਂ ਨਹੀਂ ਹੈ ਵੇਲਾ ਸੌਣ ਦਾ, ਆ ਗਿਆ ਹੈ ਵਕਤ ਹੁਣ ਤੇਗ ਦੇ ਉਠਾਉਣ ਦਾ। ਫਿਰ ਜਦੋਂ ਇਹ ਹਾਲ ਹੋ ਜਾਂਦਾ ਹੈ, ਮਜਬੂਰੀ ਵਿੱਚ ਹੋ ਜਾਂਦਾ ਹੈ, ਫਿਰ ਤੁਸੀਂ ਕਹਿੰਦੇ ਹੋ ਤੇ ਅੱਤਵਾਦੀ ਹੋ ਗਏ। ਪਰ ਆਪਾਂ ਕਿਉਂ ਮਜਬੂਰ ਕਰਦੇ ਹਾਂ ਜੀ? ਬੰਦੇ ਹੱਕ ਕਿਉਂ ਨਹੀਂ ਦਿੰਦੇ? ਮੇਰੇ ਤੋਂ ਹਰ ਸਰਕਾਰ ਤੋਂ ਇਹ ਸਵਾਲ ਹੈ। ਕਿਉਂ ਆਪਾਂ ਫੋਰਸ ਕਰਦੇ ਹਾਂ ਲੋਕਾਂ ਨੂੰ ਕਿ ਉਹ ਰਿਵੋਲਟ ਕਰਨ, ਰਿਵੋਲੂਸ਼ਨ ਲਿਆਉਣ, ਆਪਣੇ ਹੱਕ ਲਈ ਲੜਾਈ ਕਰਨ? ਹੱਕ ਜਿਨ੍ਹਾਂ ਦੇ ਉਹਨਾਂ ਨੇ ਮਿਲਣੇ ਚਾਹੀਦੇ ਆ। ਸਾਡੇ ਰੂਲਰ ਕੋਈ ਬਾਹਰ ਦੇ ਨਹੀਂ ਹੈ, ਹੁਣ ਤਾਂ ਆਪਣੇ ਲੋਕ ਹੈ। ਆਪਣੇ ਲੋਕ ਵਿਤਕਰਾ ਕਿਉਂ ਕਰਨ? ਕਿਉਂ ਮੇਰੇ ਦਿਮਾਗ 'ਚ ਇਹ ਗੱਲ ਆਵੇ ਕਿ ਭਾਈ ਪਹਿਲਾਂ ਅੰਗਰੇਜ਼ ਬ੍ਰਿਟੇਨ ਤੋਂ ਰਾਜ ਚਲਾਉਂਦੇ ਸੀ, ਆਪਣੇ ਗਵਰਨਰ ਬਿਠਾ ਦਿੰਦੇ ਸੀ, ਹੁਣ ਦਿੱਲੀੋਂ ਰਾਜ ਚੱਲਦਾ ਹੈ, ਆਪਣੇ ਚੀਫ ਮਿਨਿਸਟਰ ਬਿਠਾ ਦਿੰਦੇ ਆ, ਫਲਾਣਾ ਇਹ ਕਰ ਦਿੰਦੇ ਆ। ਕਿਉਂ ਹੋਵੇ ਇਹ ਗੱਲ ਮੇਰੇ ਦਿਮਾਗ ਵਿੱਚ? ਕਿਉਂਕਿ ਇਹ ਇਸ ਤਰ੍ਹਾਂ ਦਾ ਵਿਤਕਰਾ ਹੋਏ ਕਿਉਂ ਮੇਰੇ ਨਾਲ? ਇਸ ਤਰ੍ਹਾਂ ਦਾ ਬਿਹੇਵੀਅਰ ਕਿਉਂ ਹੋਵੇ? ਭਾਵੇਂ ਪੰਜਾਬ ਦੇਖ ਲਓ, ਭਾਵੇਂ ਕੋਈ ਹੋਰ ਸੂਬਾ ਦੇਖ ਲਓ, ਜਿੱਥੇ ਪ੍ਰੋਬਲਮ ਹੁੰਦੀ ਹੈ,
ਇਹ ਪ੍ਰੋਬਲਮ ਇਹੀ ਹੈ, ਜਦੋਂ ਤੁਸੀਂ ਚਾਹੁੰਦੇ ਹੋ ਕਿ ਇਹ ਵੰਡਿਆ ਰਵੇ, ਇੱਥੇ ਦੇ ਲੋਕ ਹੀਨ ਰਹਿਣ, ਉਹਨਾਂ ਨੂੰ ਆਪਣੇ ਬਾਰੇ ਪਤਾ ਹੀ ਨਾ ਚੱਲੇ, ਉਹਨਾਂ ਦੀ ਕੌਮ ਜਿਹੜੀ ਹੈ ਆਪਣਾ ਇਤਿਹਾਸ ਹੀ ਭੁੱਲ ਜਾਏ। ਬਿਲਕੁਲ, ਉਹ ਇਤਿਹਾਸ, ਉਹ ਵਿਰਾਸਤ, ਉਹ ਵਿਰਸਾ ਜਿਸ ਨੇ ਆਜ਼ਾਦੀ ਲਹਿਰ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ। ਕਲਮ ਤੇ ਕੈਮਰੇ ਵਾਲਾ ਤੇਗ ਉਠਾਉਣ ਦੀ ਲੋੜ ਹੈ। ਬਿਲਕੁਲ ਠੀਕ ਹੈ। ਪਰ ਰਵਿੰਦਰ ਜੀ, ਮੇਰਾ ਇੱਕ ਛੋਟਾ ਜਿਹਾ ਹੋਰ ਸਵਾਲ ਹੈ, ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਮਸਲੇ ਰੋਜ਼ੀ ਰੋਟੀ ਤੇ ਖਤਮ ਹੋ ਜਾਣ, ਜਦੋਂ ਰੁਜ਼ਗਾਰ ਤੇ ਖਤਮ ਹੋ ਜਾਣ, ਜਦੋਂ ਨੌਕਰੀਆਂ ਤੇ ਖਤਮ ਹੋ ਜਾਣ, ਇੰਨਾ ਸਮਾਂ ਕਿਹਦੇ ਕੋਲ ਹੈ ਕਿ ਜਿਹੜਾ ਸੂਬੇ ਦੇ ਹੱਕ ਹਕੂਕ ਦੀ ਗੱਲ ਕਰੇਗਾ, ਸਾਡੀਆਂ ਕੀ ਮੰਗਾਂ ਰਹੀਆਂ ਉਹਦੀਆਂ ਗੱਲ ਕਰੇਗਾ? ਅੱਜ ਅਸੀਂ ਮੋਬਾਈਲ ਫੋਨਾਂ ਦੇ ਵਿੱਚ ਉਲਝਾ ਕੇ ਰੱਖ ਦਿੱਤਾ ਕਿ ਆ ਮੋਬਾਈਲ ਫੋਨ ਦੇ ਰਹੇ ਹਾਂ ਤੁਹਾਨੂੰ। ਨਹੀਂ, ਪੰਜਾਬ ਦੇ ਲੋਕਾਂ ਕੋਲ ਬਿਲਕੁਲ ਇਹ ਜਜ਼ਬਾ ਹੈ। ਮੈਂ ਤੁਹਾਨੂੰ ਲਾਈਨਾਂ ਸੁਣਾ ਦਿੰਦਾ। ਆਪਣਾ ਪੇਟ ਤਾਂ ਪਸ਼ੂ ਸਰੀਖਾ, ਹਰਦਮ ਹਰ ਕੋਈ ਭਰਦਾ, ਤਨ ਜਿਉਣਾ ਉਸ ਮਹਾਂਪੁਰਖ ਦਾ, ਦੂਜਿਆਂ ਲਈ ਜੋ ਮਰਦਾ। ਇਹ ਪੰਜਾਬੀ ਹੈ ਜਿਹੜੇ ਦੂਜਿਆਂ ਲਈ ਮਰਦੇ ਹੈ, ਸਰਹੱਦ ਦੀ ਰਾਖੀਆਂ ਕਰਦੇ ਹੈ, ਲੋਕਾਂ ਦੀ ਇੱਜ਼ਤਾਂ ਬਚਾਉਂਦੇ ਹੈ, ਲੰਗਰ ਖਵਾਉਂਦੇ, ਲੋਕਾਂ ਨੂੰ ਭੁੱਖੇ ਪੇਟ ਸੌਣ ਨਹੀਂ ਦਿੰਦੇ। ਇਹ ਪੰਜਾਬੀ ਹੈ ਦੁਨੀਆ ਭਰ ਵਿੱਚ, ਇਹ ਜਜ਼ਬਾ ਇਹਨਾਂ ਦਾ ਹੈ। ਇਹ ਦੂਜਿਆਂ ਲਈ ਜੀਂਦੇ ਆ। ਕੋਈ ਪੰਜਾਬੀ ਤੁਸੀਂ ਦੇਖ ਲੈਣਾ ਆਪਣੇ ਲਈ ਨਹੀਂ ਜੀਂਦਾ। ਇਹ ਜਿਹੜੇ ਕਹਿੰਦੇ ਆ ਨਾ ਆਪਣੇ ਲਈ, ਇਹ ਉਹਨਾਂ ਨੂੰ ਤਸ਼ੱਦਦਾਂ 'ਚ ਪਾ ਕੇ, ਉਹਨਾਂ ਦੇ ਹੱਕ ਖੋ ਕੇ ਉਹਨਾਂ ਨੂੰ ਮਜਬੂਰ ਕਰਤਾ ਹੈ। ਕਦੇ ਕੋਈ ਦੇਖਿਆ ਪੰਜਾਬੀ ਭਿਖਾਰੀ ਹੋਵੇ ਕਿਸੇ ਦੇ ਅੱਗੇ ਹੱਥ ਫੈਲਾਉਂਦਾ? ਬਿਲਕੁਲ। ਗੁਰੂਆਂ ਨੇ ਸਿੱਖਿਆ ਦਿੱਤੀ ਹੈ ਸਾਨੂੰ, ਹੱਥ ਫੈਲਾਉਣ ਦੀ ਲੋੜ ਹੈ ਹੀ ਨਹੀਂ। ਆਪਣੀ ਕਿਰਤ ਕਰੋ, ਨੂੰਹਾਂ ਦੀ ਕਮਾਈ ਖਾਓ। ਤੇ ਇੱਧਰ ਦੇ ਲੋਕਾਂ ਨੂੰ ਹੀ ਹੈ ਇਹ ਮਹਾਰਤ ਹਾਸਲ। ਬਿਲਕੁਲ ਠੀਕ ਹੈ। ਮੇਰੇ ਕੋਲ ਸਮਾਂ ਘੱਟ ਹੈ। ਵਾਲੀਆ ਸਾਹਿਬ, ਇੱਕ ਆਖਰੀ ਸਵਾਲ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ, ਸਮਾਂ ਪਹਿਲਾਂ ਹੀ ਵੱਧ ਹੋ ਗਿਆ। ਵਾਲੀਆ ਸਾਹਿਬ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਕਾਲਾ ਦੌਰ ਸੀਗਾ, ਉਸ ਕਾਲੇ ਦੌਰ 'ਚ ਜਦੋਂ ਪੰਜਾਬ ਨਿਕਲਿਆ, ਉਦੋਂ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਪੰਜਾਬ ਨੂੰ ਦੁਬਾਰਾ ਖੜਾ ਕਰਨਾ ਹੈ, ਦੁਬਾਰਾ ਸਟੈਂਡ ਕਰਨਾ ਹੈ। ਬਾਰਡਰ ਏਰੀਆ ਦੇ ਵਿੱਚ ਇੰਡਸਟਰੀ ਲਿਆਂਦੀ ਜਾਏਗੀ, ਸਪੈਸ਼ਲ ਪੈਕੇਜ ਦਿੱਤੇ ਜਾਣਗੇ, ਵੱਡੀਆਂ ਇੰਡਸਟਰੀਆਂ ਲਿਆਂਦੀਆਂ ਜਾਣਗੀਆਂ। ਇੱਕ ਇੱਕ ਕਰਕੇ ਉਹ ਸਾਰੀਆਂ ਚੀਜ਼ਾਂ ਦੀਆਂ ਗੱਲਾਂ ਤਾਂ ਹੁੰਦੀਆਂ ਰਹੀਆਂ, ਪਰ ਉਹ ਯਥਾਰਥ 'ਚ ਕਦੇ ਤਬਦੀਲ ਨਹੀਂ ਹੋਈਆਂ। ਇੰਪਲੀਮੈਂਟੇਸ਼ਨ ਦੇ ਵਿੱਚ ਉਹ ਕਦੇ ਵਾਪਸ ਆਈਆਂ ਹੀ ਨਹੀਂ ਆ। ਈਵਨ ਕਿ ਜਿਹੜੇ ਸਾਡੇ ਗੁਆਂਢੀ ਸੂਬੇ ਆ, ਉਹਨਾਂ ਨੂੰ ਇੰਨੀਆਂ ਰਿਆਇਤਾਂ ਦਿੱਤੀਆਂ, ਸਾਡੀ ਜਿਹੜੀ ਥੋੜ੍ਹੀ ਬਹੁਤੀ ਇੰਡਸਟਰੀ ਸੀ ਉਹ ਵੀ ਉੱਥੇ ਮੂਵ ਕਰ ਗਈ। ਇਹਦੇ ਪਿੱਛੇ ਮਤਲਬ ਤੁਹਾਨੂੰ ਕਾਰਨ ਕੀ ਨਜ਼ਰ ਆਉਂਦਾ? ਕਿਉਂਕਿ ਰਾਜਨੀਤਿਕ ਸਾਜ਼ਿਸ਼ ਤਾਂ ਅਸੀਂ ਕਹਿੰਦੇ ਹੀ ਕਹਿੰਦੇ ਹਾਂ, ਪਰ ਐਡੀ ਵੱਡੀ ਵੀ ਕਦੇ ਹੋ ਸਕਦੀ ਹੈ ਕਿ ਤੁਸੀਂ ਪ੍ਰੋਮਿਸ ਕੀਤੇ ਹੋਣ, ਲਿਖਤੀ ਪ੍ਰੋਮਿਸ ਕੀਤੇ ਹੋਣ, ਉਸ ਦੇ ਬਾਵਜੂਦ ਤੁਸੀਂ ਮੁੱਕਰ ਜਾਓ। ਇੱਕ ਅੰਮ੍ਰਿਤਾ ਪ੍ਰੀਤਮ ਦੀ 2:17 ਮੈਂ ਸੁਣਾਉਣਾ ਤੁਹਾਨੂੰ। ਕਿਕਰਾ ਵੇ ਕੜਿਆਲਿਆ, ਉੱਤੋਂ ਚੜਿਆ ਪੋ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੂ। ਵਾਹ। ਉਦੋਂ ਇਹ ਕੰਧਾਂ ਦੇ ਉੱਤੇ ਵੀ ਲਿਖਿਆ ਹੁੰਦਾ ਸੀ, ਇੱਕ ਸਮਾਂ ਸੀਗਾ। ਇਸ ਵੇਲੇ ਜਿਹੜਾ ਪੰਜਾਬੀ ਹੈਗਾ ਉਹ ਇੰਨਾ ਆਤਮਿਕ ਔਰ ਸਰੀਰਕ ਤੌਰ ਤੇ ਨਿਰਬਲ ਹੋ ਚੁੱਕਿਆ। ਹੁਣ ਕੋਈ ਉਹ ਮੋਰਚੇ ਵਾਲੀ ਜਿਹੜੀ ਆ ਕੋਈ ਗੱਲ ਹੁੰਦੀ ਨਹੀਂ, ਤੇ ਨਾ ਹੀ ਉਹ ਸੋਚ ਸਕਦਾ, ਨਾ ਹੀ ਕੋਈ ਅੰਦੋਲਨ। ਮੈਂ ਦੇਖਿਆ ਜਿਹੜੇ ਖੱਬੇ ਪੱਖੀ ਸੀ ਉਹ ਵੀ ਖਤਮ ਹੋ ਗਏ, ਉਹਨਾਂ ਦੇ ਹੌਲੀ ਹੌਲੀ ਉਹ ਹਾਸ਼ੀਏ ਦੇ ਉੱਤੇ ਚਲੇ ਗਏ। ਲੇਕਿਨ ਜਿਹੜੀ ਇੰਡਸਟਰੀ ਦੀ ਤੁਸੀਂ ਗੱਲ ਕਰਦੇ ਹੋ, ਉਹ ਜਿਹੜੀ ਹੈਗੀ ਆ, ਜੇ ਤੁਸੀਂ ਵਾਘਾ ਤੁਸੀਂ ਕ੍ਰੋਸ ਕਰ ਲਓ, ਸਾਡੇ ਬਹਾਨਾ ਇਹ ਲਾਇਆ ਜਾਂਦਾ ਕਿ ਸਰਹੱਦੀ ਸੂਬਾ ਜੀ, ਸਰਹੱਦੀ ਪੱਟੀ 'ਚ ਉਦਯੋਗ ਨਹੀਂ ਲੱਗ ਸਕਦੇ। ਲੇਕਿਨ ਜੇ ਤੁਸੀਂ ਵਾਘਾ ਤੁਸੀਂ ਕ੍ਰੋਸ ਕਰੋ, ਜੇ ਤੁਸੀਂ ਲਾਹੌਰ ਕਿਤੇ ਗਏ ਹੋ, ਤੇ ਉਹ ਵਾਘੇ ਤੋਂ ਪਾਰ ਜੰਗੇ ਲਗਾਤਾਰ ਹੀ ਤੁਹਾਨੂੰ ਐਗਰੋ ਬੇਸ ਇੰਡਸਟਰੀ ਜਿਹੜੀ ਤੁਹਾਨੂੰ ਦਿਖਦੀ ਆ। ਜਿਹੜਾ ਲਾਹੌਰ ਹੈ ਐਡਾ ਵੱਡਾ ਜਨਕੇ ਸ਼ਹਿਰ ਹੈਗਾ, ਉਹ ਦਿੱਲੀ ਵਰਗਾ ਤਾਂ ਸ਼ਹਿਰ ਹੈ ਜੀ, ਜਿਹਦੇ ਵਾਸਤੇ ਅੱਜ ਵੀ ਕਹਿੰਦੇ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਔਰ ਇੱਥੇ ਜਿਹੜਾ ਅੰਮ੍ਰਿਤਸਰ ਹੈਗਾ, ਅੰਮ੍ਰਿਤਸਰ ਜਿਹੜੀ ਗੁਰੂ ਦੀ ਧਰਤੀ ਹੈਗੀ ਆ, ਗੁਰੂ ਨਗਰੀ ਹੈਗੀ ਆ, ਇੱਥੇ ਲਾਹੌਰ ਨਾਲੋਂ ਵੱਧ ਡਿਵੈਲਪਮੈਂਟ ਹੁੰਦੀ ਸੀ ਪਾਰਟੀਸ਼ਨ ਤੋਂ ਪਹਿਲਾਂ। ਲੇਕਿਨ ਇਸ ਨੂੰ ਜਿਹੜਾ ਇਗਨੋਰ ਕੀਤਾ ਗਿਆ, ਲਗਾਤਾਰ ਇਗਨੋਰ ਕੀਤਾ ਗਿਆ। ਜਦੋਂ ਰੈੱਡ ਕਲੇਫ ਆਇਆ, ਉਹਨੇ ਤਾਂ ਵਿਚਾਰੇ ਨੇ ਦੇਖਿਆ ਨਹੀਂ ਸੀ ਵੀ ਹਿੰਦੁਸਤਾਨ ਨਹੀਂ ਸੀ ਦੇਖਿਆ, ਪੰਜਾਬ ਨਹੀਂ ਸੀ ਦੇਖਿਆ, ਨਕਸ਼ਾ ਵਿਛਾਇਆ, ਤੇ ਨਾਲੇ ਜਿਹੜੇ ਲੀਡਰ ਸੀ ਸਾਡੇ ਮੌਜੂਦਾ ਉਹਨਾਂ ਨੂੰ ਕਿਹਾ ਵੀ ਹਾਂ ਉਹਨੇ ਲਕੀਰ ਜੀ ਮਾਰਤੀ। ਤੁਹਾਡਾ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਹੈਗਾ, 2 ਦਿਨ ਤਾਂ ਉਹੀ ਪਾਕਿਸਤਾਨ ਦੇ ਵਿੱਚ ਰਿਹਾ। ਗੁਰਦਾਸਪੁਰ 'ਚ ਤਾਂ ਅੱਜ ਵੀ ਜਿਹੜੀ 17 ਅਗਸਤ ਨੂੰ ਜਿਹੜੀ ਆਜ਼ਾਦੀ ਦਿਵਸ ਮਨਾਇਆ ਜਾਂਦਾ, ਕਿਉਂਕਿ 2 ਦਿਨ ਤਾਂ ਜਿਹੜਾ ਮੁਸਲਮਾਨ ਸੀਗਾ, ਜਿਹੜਾ ਡਿਪਟੀ ਕਮਿਸ਼ਨਰ ਉੱਥੋਂ ਦਾ ਰਿਹਾ। ਇੱਦਾਂ ਦੀਆਂ ਜਿਹੜੀਆਂ ਗੱਲਾਂ ਸੀ ਵੀ ਇਹ ਪੰਜਾਬ ਜਿਹੜਾ ਲਗਾਤਾਰ ਹੀ ਇਸ ਤਰੀਕੇ ਨਾਲ ਰਿਹਾ। ਲੇਕਿਨ ਮੈਂ ਤੁਹਾਨੂੰ ਕਿਹਾ ਵੀ ਅਸੀਂ ਸਰੀਰਕ ਔਰ ਆਤਮਿਕ ਤੌਰ ਤੇ ਇੰਨੇ ਕੁ ਨਿਰਭਰ ਹੋ ਚੁੱਕੇ ਆ, ਸਾਡੀ ਵਿੱਚ ਲੀਡਰਸ਼ਿਪ ਸ਼ਾਮਲ ਹੈਗੀ ਉਹਦੇ ਵਿੱਚ। ਜਿਹੜਾ ਗੁਰੂ ਨਾਨਕ ਦੇਵ ਦਾ ਸ਼ਲੋਕ ਸੀਗਾ ਵੀ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਵੀ ਜੇ ਸਮੇਂ ਸਿਰ ਸੱਚ ਨਾ ਬੋਲਿਆ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈਗਾ। ਸਾਡੇ ਉਹ ਜੁਰਤ ਜਿਹੜੀ ਆ, ਸਾਡੀ ਅਣਖ ਹੈ ਜਿਹੜੀ ਪੰਜਾਬੀਆਂ ਦੀ, ਉਹ ਬਿਲਕੁਲ ਜੋ ਕਿ ਇੱਥੇ ਆ ਗਈ, ਹਾਸ਼ੀਏ ਤੇ ਆ ਗਈ ਆ।
ਸਾਡੇ ਜਿਹੜੇ NRI ਹੈਗੇ ਨੇ ਇੰਨੇ ਜ਼ਿਆਦੇ ਹੋ ਗਏ। ਸਾਡਾ ਹੁਣ ਮਿੱਟੀ ਦਾ ਮੋਹ ਵਾਲੀ ਗੱਲ ਆ, ਮਿੱਟੀ ਦਾ ਮੋਹ ਜੇ ਖਤਮ ਹੋ ਗਿਆ ਤੇ ਫਿਰ ਰਹਿ ਵੀ ਕੀ ਗਿਆ ਹੈਗਾ। ਅਸੀਂ ਉਹ ਜਿਵੇਂ ਚੰਨੀ ਸਾਹਿਬ ਨੇ ਕਿਹਾ ਵੀ ਅਸੀਂ ਇੰਨੇ ਪਦਾਰਥਵਾਦੀ ਹੋ ਗਿਆ, ਅਸੀਂ ਸਿਰਫ ਤੇ ਸਿਰਫ ਆਪਣੇ ਬਾਰੇ ਸੋਚਦੇ ਆ। ਜੇ ਸਾਡੀ ਲੀਡਰਸ਼ਿਪ 'ਚ ਉਹ ਜਿਹੜੀ ਜੁਰਤ ਆ, ਜੇ ਉਹ ਸਮੇਂ ਸਿਰ ਸੱਚ ਬੋਲਣ ਔਰ ਜਾਂ ਉਹਦੇ ਉੱਤੇ ਅੰਦੋਲਨ ਵਾਲੀ ਗੱਲ ਕਰੇਗੀ, ਲੋਕ ਉਹਨਾਂ ਦੇ ਨਾਲ ਹੋਣਗੇ। ਲੇਕਿਨ ਉਹੋ ਜੀ ਗੱਲ ਹੁੰਦੀ ਨਹੀਂ ਹੈਗੀ। ਉਹਨਾਂ ਨੂੰ ਹੁੰਦਾ ਵੀ ਠੀਕ ਹੈ ਜੀ, ਮੈਨੂੰ ਆ ਜਿਹੜਾ ਕੋਈ ਝੁੰਗਾ ਜਿਹਾ ਮਿਲ ਗਿਆ, ਠੀਕ ਹੈ ਜੀ, ਮੈਂ ਇੰਨਾ ਬਹੁਤ ਹੈਗਾ, ਮੇਰਾ ਪਰਿਵਾਰ ਜਿਹੜਾ ਸੁਖੀ ਵਸੇ। ਲੇਕਿਨ ਉਹ ਜਦੋਂ ਗੁਰੂ ਨਾਨਕ ਦੇਵ ਕਹਿੰਦੇ ਵੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਉਹ ਜਗਤ ਜਲੰਦੇ ਵਾਲੀ ਜਿਹੜੀ ਗੱਲ ਸੀ, ਉਹ ਸੋਚ ਸੀ, ਉਹ ਸਾਡੇ ਚੋਂ ਮਨਫੀ ਹੋ ਗਈ। ਉਹ ਜਿਹੜੀ ਮਨਫੀ ਨਹੀਂ ਸੀ ਹੋਣੀ ਚਾਹੀਦੀ। ਜੇ ਉਹ ਗੁਰੂ ਨਾਨਕ ਦੀ ਤੁਸੀਂ ਉਹਦੀ ਬਾਣੀ ਦੇ ਉੱਤੇ ਤੁਸੀਂ ਅਸਰ ਕਰੋ, ਉਹਦਾ ਤੁਸੀਂ ਅਸਰ ਕਬੂਲ ਕਰੋ, ਤੇ ਫਿਰ ਜਿਹੜਾ ਉਹੋ ਜੀ ਗੱਲ ਜਿਹੜੀ ਆ ਚੱਲ ਸਕਦੀ ਆ। ਪੰਜਾਬੀ ਜਿਹੜੇ ਇੱਕ ਮੰਚ ਦੇ ਉੱਤੇ ਇਕੱਠੇ ਵੀ ਹੋ ਸਕਦੇ ਨੇ। ਜੇ ਪੰਜਾਬੀ ਜਿਹੜੇ ਬਿਖਰੇ ਰਹੇ ਤੇ ਉਹ ਗੱਲ ਬਣਨੀ ਨਹੀਂ ਹੈਗੀ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਮੇਰੇ ਕੋਲ ਸਮਾਂ ਘੱਟ ਹੈ, ਦਿਲ ਤਾਂ ਕਰਦਾ ਹੈ ਕਿ ਇਸ ਡਿਬੇਟ ਨੂੰ ਹੋਰ ਜ਼ਿਆਦਾ ਲੰਬਾ ਕਰੀ ਜਾਈਏ, ਕਿਉਂਕਿ ਇੰਨੇ ਵਿਦਵਾਨ ਸ਼ਾਇਦ ਹੀ ਕਦੇ ਇੱਕ ਪੈਨਲ ਤੇ ਇਕੱਠੇ ਹੁੰਦੇ ਨੇ। ਫਿਲਹਾਲ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਅਸੀਂ ਇਸ ਮੁਲਕ ਦੇ ਪ੍ਰਤੀ ਸਮਰਪਿਤ ਹਾਂ, ਅਸੀਂ ਪਿਆਰ ਵੀ ਕਰਦੇ ਹਾਂ, ਅਸੀਂ ਇੱਜ਼ਤ ਸਤਿਕਾਰ ਵੀ ਕਰਦੇ ਹਾਂ, ਪਰ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਆਜ਼ਾਦੀ ਦਾ ਅਧੂਰਾ ਨਿੱਘ ਸਾਨੂੰ ਮਿਲਿਆ। ਅਸੀਂ ਪੂਰਾ ਨਿੱਘ ਨਹੀਂ ਮਾਣ ਪਾਏ ਇਸ ਆਜ਼ਾਦੀ ਦਾ। ਜੋ ਅਸੀਂ ਸੋਚਿਆ ਸੀ, ਜੋ ਸੰਘਰਸ਼ ਅਸੀਂ ਕੀਤਾ ਸੀ, ਜੋ ਕੁਰਬਾਨੀਆਂ ਅਸੀਂ ਕੀਤੀਆਂ, ਜਿੰਨਾ ਨੁਕਸਾਨ ਸਾਡਾ ਹੋਇਆ, ਵੰਡ ਦਾ ਸੇਕ ਅਸੀਂ ਝੱਲਿਆ, ਸਾਨੂੰ ਉਮੀਦ ਸੀ ਕਿ ਇਸ ਤੋਂ ਬਾਅਦ ਸਾਨੂੰ ਆਜ਼ਾਦੀ ਦਾ ਭਰਪੂਰ ਨਿੱਘ ਮਿਲੇਗਾ। ਜੋ ਨਿੱਘ ਸਾਡੇ ਜ਼ਖਮ, ਸਾਡੇ ਫੱਟ ਹੈ ਜਿਹੜੇ, ਉਹ ਸੀ ਦੇਗਾ, ਪਰ ਉਹ ਨਿੱਘ ਅਧੂਰਾ ਰਿਹਾ, ਜਿਸ ਕਰਕੇ ਸਾਡੇ ਜ਼ਖਮ ਹਲੇ ਵੀ ਰਿਸਦੇ ਨੇ। ਉਮੀਦ ਕਰਾਂਗੇ ਕਿ ਕੋਈ ਖੜਾ ਹੋਏਗਾ ਜੋ ਸਾਡੇ ਜ਼ਖਮਾਂ ਨੂੰ ਜ਼ਰੂਰ ਭਰੇਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।